ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸਤਿਜੁਗਤ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰੇਤਤ ਮਾਣਿਓ RAM ਰਘੁਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਣ ਕੋ ਰਾਜ ਅਭੈ ਭਗਤ ਜਨ ਦਿਓ ਕਲ ਜੁਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਵਚਲ ਅਟਲ ਆਦ ਪੁਰਖ ਫੁਰਮਾਇਓ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੂਕੀ ਉਚਰੈ ਸ਼ਾਸਤਰ ਖਟ ਪਿੰਗ ਕਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਹੋ ਦਿਖਾਈ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਕਿਰਪਾ ਮਨੁੱਖਾ ਜਨ ਪ੍ਰਾਪਤ ਕਰਕੇ ਜੋ ਮਾਈ ਪਾਈ ਸਤਿਗੁਰ ਸੱਚੇ ਪਾਤਸ਼ਾਹ ਦੀ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰਦੇ ਹੋਏ ਹਰੀ ਜਸ ਕੀਰਤਨ ਸਿਮਰਨ ਅੰਮ੍ਰਿਤ ਬਾਣੀ ਦੇ ਜਾਪ ਸਰਵਣ ਕੀਤੇ ਹਨ ਸਾਰੇ ਭਾਗਾਂ ਵਾਲੇ ਹਨ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਕਰਤਾਰਪੁਰ ਸਾਹਿਬ ਵਿਖੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਰਿਆਦਾ
ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਤੇ ਸ਼ਾਮਾਂ ਦੇ ਟਾਈਮ ਸੋਦਰ ਆਰਤੀ ਦੇ ਸ਼ਬਦ ਪੜ੍ਹੇ ਜਾਂਦੇ ਹਨ। ਅਕਾਲ ਪੁਰਖ ਦੀ ਆਰਤੀ ਹੁੰਦੀ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਤੇ ਅੰਮ੍ਰਿਤ ਵੇਲੇ ਜਾਪ ਉਚਾਰਾ। ਅੰਮ੍ਰਿਤ ਵੇਲੇ ਜਾਪ ਹੁੰਦਾ, ਸਿਮਰਨ ਹੁੰਦਾ ਹੈ, ਜਪਜੀ ਸਾਹਿਬ ਦਾ ਜਾਪ ਹੁੰਦਾ, ਸੱਜੀ ਵਾਰ ਦਾ ਕੀਰਤਨ। ਸੋ ਇਹ ਗੁਰੂ ਘਰ ਦੀ ਜਿਹੜੀ ਮਰਿਆਦਾ ਹੈ ਚੱਲਿਆ ਹੁੰਦਾ ਹੈ। ਸੋ ਅੰਮ੍ਰਿਤ ਵੇਲੇ ਉੱਠਣਾ ਔਖਾ ਹੁੰਦਾ ਹੈ, ਨੀਂਦ ਛੱਡਣੀ, ਨੀਂਦਰਾ ਦਾ ਸੁੱਖ ਛੱਡਣਾ। ਸੋ ਭਾਗਾਂ ਵਾਲੇ ਹੁੰਦੇ ਹਨ ਜੋ ਗੁਰੂ ਦੇ ਨਾਲ ਪਿਆਰ ਹੈ, ਜਿਨ੍ਹਾਂ ਦਾ ਪਰਮਾਤਮਾ ਨਾਲ ਪਿਆਰ ਹੈ, ਆਪਣੇ ਜੀਵਨ ਦਾ ਲਾਭ ਖੱਟਣਾ ਚਾਹੁੰਦੇ ਹਨ। ਸੋ ਉਹ ਆਲਸ ਦਾ ਤਿਆਗ ਕਰਕੇ, ਨੀਂਦ ਦਾ ਤਿਆਗ ਕਰਕੇ, ਇਸ਼ਨਾਨ ਪਾਨ ਕਰਕੇ, ਸੁਚ ਸੋਚ ਕਰਕੇ ਗੁਰੂ ਮਹਾਰਾਜ ਜੀਆਂ ਦੇ ਦਰਸ਼ਨ ਕਰਦੇ ਹਨ। ਗੁਰੂ ਮਹਾਰਾਜ ਜੀਆਂ ਦੀ ਪਵਿੱਤਰ ਹਜ਼ੂਰੀ ਵਿੱਚ ਆ ਕੇ ਗੁਰੂ ਦੀ ਬਾਣੀ ਨੂੰ ਸਰਵਣ ਕਰਦੇ ਹਨ, ਆਪਣੇ ਜੀਵਨ ਨੂੰ ਸਫਲਾ ਕਰਦੇ ਹਨ। ਸੋ ਆਸਾ ਜੀਆਂ ਦੀ ਵਾਰ ਦਾ ਕੀਰਤਨ, ਆਨੰਦ ਸਾਹਿਬ ਜੀਆਂ ਦਾ ਕੀਰਤਨ ਸਰਵਣ ਕੀਤਾ। ਹੁਣ ਗੁਰਬਾਣੀ ਦੀ ਵਿਚਾਰ ਸਰਵਣ ਕਰੋ। ਅੱਜ ਦੀ ਵਿਚਾਰ ਇਹ ਸ਼ਬਦ ਜੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਸੋਠ ਰਾਗ ਦੇ ਅੰਦਰ ਉਚਾਰਨ ਕੀਤਾ ਹੈ। ਦੂਜੇ ਘਰ ਦੇ ਅੰਦਰ, ਰਾਗ ਦੇ ਦੂਜੇ ਘਰ ਦੇ ਅੰਦਰ ਚੌਪਦਾ ਤੇ 4 ਪਦਿਆਂ ਵਾਲਾ ਸ਼ਬਦ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਸਭ ਤੋਂ ਪਹਿਲਾਂ ਮੰਗਲ ਕਥਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਜੋ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ। ਓੰਕਾਰ ਸਰਬ ਕਾ ਪ੍ਰਕਾਸ਼ਕ ਸਰਵ ਸ਼ਕਤੀਮਾਨ ਸਤਿਗੁਰ ਪ੍ਰਸਾਦ, ਜੋ ਸਤਿਗੁਰ ਦੀ ਕਿਰਪਾ ਪ੍ਰਸਾਦ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਸੋ ਅਕਾਲ ਪੁਰਖ ਵਾਹਿਗੁਰੂ ਜੀ ਦੇ ਮੰਗਲ ਕਥਨ ਕਰਦੇ ਹੋਏ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਫਰਮਾਨ ਕਰਦੇ ਹਨ। ਅੰਮ੍ਰਿਤ ਬਾਣੀ ਸਾਵਧਾਨ ਹੋ ਕੇ ਮਨ ਚਿੱਤ ਇਕਾਗਰ ਕਰਕੇ ਸਰਵਣ ਕਰੋ। ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰ ਹਾਈ। ਅਸੀਂ ਇੱਕੋ ਪਿਤਾ ਦੇ ਪੁੱਤਰ ਹਾਂ। ਏਕ ਪਿਤਾ ਏਕ ਸਕੇ ਹਮ ਬਾਰਿਕ, ਇੱਕੋ ਹੀ ਸਾਡਾ ਪਿਤਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸੀ, ਸਾਰੇ ਬੱਚੇ ਉਸੇ ਦੇ ਪੁੱਤਰ ਹਾਂ। ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ, ਤੂੰ ਮੇਰਾ ਗੁਰ ਭਾਈ ਹੈ। ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਸਪੁੱਤਰ ਪਿਰਥੀ ਚੰਦ ਮਹਾਦੇਵ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ 3 ਪੁੱਤਰ ਸਨ। ਸੋ ਪਿਰਥੀ ਚੰਦ ਥੋੜ੍ਹਾ ਕੁਰਾਹੇ ਪੈ ਗਿਆ, ਗੁਰੂ ਜੀ ਦੀ ਆਗਿਆ ਤੋਂ ਬਾਹਰ ਹੋ ਗਿਆ। ਗੁਰਗੱਦੀ ਦਾ ਲਾਲਚ ਮਨ ਵਿੱਚ ਪੈਦਾ ਹੋ ਗਿਆ ਅਤੇ ਈਰਖਾ ਮਨ ਦੇ ਵਿੱਚ ਵਸ ਗਈ। ਜਦੋਂ ਬੰਦੇ ਦੇ ਮਨ ਦੇ ਵਿੱਚ ਕੋਈ ਲਾਲਚ ਆ ਜਾਂਦਾ ਹੈ, ਗੁਰੂ ਜੀ ਨੇ, ਗੁਰੂ ਰਾਮਦਾਸ ਮਹਾਰਾਜ ਜੀ ਨੇ ਸਮਝਾਇਆ। ਗੁਰਬਾਣੀ ਦੇ ਵਿੱਚ ਵੀ ਸ਼ਬਦ ਆਉਂਦਾ ਹੈ, ਕਾਹੇ ਪੂਤ ਝਗੜਤ ਹੋ ਸੰਗ ਬਾਪ। ਆਪਣੇ ਪਿਤਾ ਦੇ ਨਾਲ, ਮਾਤਾ ਪਿਤਾ ਦੇ ਨਾਲ ਝਗੜਾ ਨਹੀਂ ਕਰੀਦਾ ਹੁੰਦਾ ਹੈ। ਮਾਤਾ ਪਿਤਾ ਨੇ ਜਨਮ ਦਿੱਤਾ ਹੈ, ਮਾਤਾ ਪਿਤਾ ਦੇ ਨਾਲ ਝਗੜਾ ਕਰਦਾ ਧੀ ਪੁੱਤਰ ਸੋਭਦਾ ਨਹੀਂ ਹੈ। ਪਰੰਤੂ ਅੱਜ ਕਲਯੁਗ ਦਾ ਜ਼ਮਾਨਾ ਹੋ ਗਿਆ ਹੈ, ਇਹ ਸਭ ਰੀਤਾਂ ਚੁੱਕੀਆਂ ਗਈਆਂ ਅਤੇ ਕਲਯੁਗ ਦਾ ਸਮਾਂ ਆਵੇਗਾ। ਪਹਿਲਾਂ ਹੀ ਸ਼ਾਸਤਰਾਂ ਦੇ ਅੰਦਰ ਕਥਨ ਹੈ, ਗੁਰੂ ਪੀਰਾਂ ਨੇ ਭਵਿੱਖਬਾਣੀਆਂ ਕੀਤੀਆਂ ਹੋਈਆਂ ਹਨ ਕਿ ਕਲਯੁਗ ਦਾ ਸਮਾਂ ਆਵੇਗਾ, ਲੋਕ ਨਾਸਤਕ ਹੋ ਜਾਣਗੇ, ਕਰਾਹੇ ਪੈ ਜਾਣਗੇ ਅਤੇ ਵੱਡਿਆਂ ਦਾ ਸਤਿਕਾਰ ਭੁੱਲ ਜਾਣਗੇ, ਪਰਮਾਤਮਾ ਤੋਂ ਆਕੀ ਹੋ ਜਾਣਗੇ, ਗੁਰੂ ਦੇ ਹੁਕਮ ਤੋਂ ਬਾਹਰ ਹੋ ਜਾਣਗੇ। ਨਾਮ ਕਿਹਨੇ ਜਪਣਾ ਹੈ? ਸੋ ਕਰਾਹੇ ਪੈ ਜਾਣਗੇ। ਇਸ ਤਰ੍ਹਾਂ ਦੀ ਹਾਲਾਤ ਅੱਜ ਹੋ ਰਹੀ ਹੈ। ਸੋ ਵੱਡਿਆਂ ਦਾ ਸਤਿਕਾਰ, ਛੋਟਿਆਂ ਦਾ ਪਿਆਰ, ਮਾਤਾ ਪਿਤਾ ਜਿਨ੍ਹਾਂ ਨੇ ਜਨਮ ਦਿੱਤਾ ਹੈ ਉਹਨਾਂ ਦਾ ਸਤਿਕਾਰ ਕਰਨਾ ਫਰਜ਼ ਬਣਦਾ ਹੈ। ਜਿਸ ਮਾਤਾ ਨੇ 9 ਮਹੀਨੇ
अपनी कुख विच रखिया है। सो इस करके माता पिता का सत्कार करना बनता है। भाई गुरदास जी ने अपनी वारां दे अंदर कथन किया, जिहड़ा गुरु का सेवक है वो सरबन वांगू अपने माता पिता का सत्कार करे। सरबन जो कि त्रेते युग के अंदर उसके माता पिता अंधले सन, अखां तो अन्ने सन, उन्होंने दिखदा नहीं सी है। सो उन्हों की यात्रा करवाउंदा है, तीर्थां ते लैके जांदा है, बहंगी च पा के, एक नूं पिछे बिठाया एक नूं मूहरे बिठाया, बहंगी चुक के लैके जाना तुर के, किते हरिद्वार जांदा, गंगा जांदा, कदे किते जिथे जिथे भी वो कहंदे हन सानूं पुत्तर उत्थे लैके जा। अज कल दे तां बच्चे अपने माता पिता नूं संगत विच नहीं लैके आ सकते, 2-4 किलोमीटर ते लैके चल के नहीं आ सकते। दोस्तां मित्रां वास्ते भावें 100-100 किलोमीटर चले जाण, पैसा उड़ा दें, परंतु माता पिता वास्ते नहीं कुछ कर सकते। इस तरह की हालत हुई है। सो सरवण पुत्र ने अपने अंदरले माता पिता नूं बहंगी दे विच पा के जिहड़ा है यात्रा कराउंदा फिरदा है, जिथे जिथे वो कहंदे हन उत्थे उत्थे लैके जांदा है। सो ये वारता इस करके भाई गुरदास जी लिखते हैं कि यह गुण होना चाहिए है। सो सतगुरु रामदास जी कहते हैं, पिरथी चंद पुत्र काहे पूत झगरत हो संग बाप, अपने पिता दे नाल असीं तेरे पिता लगदे हां, गुरु तो है नहीं जगत गुरु, तेरे पिता भी हाँ। काहे पूत झगरत हो संग बाप, जिनके जने वडेरे तुम हो तिन सो झगरत पाप। जिन्हां दे ਜਿਹੜੇ ਤੁਹਾਡੇ ਵੱਡੇ ਨੇ, जिन्हां ने ਤੁਹਾਨੂੰ जणिया है जन्म दिता है, उन्हां दे नाल झगड़ा करना पाप हुंदा है, गुनाह हुंदा है। परंतु हालत है भाई कलयुग दी कि जिउंदे नूं तत्ता पानी नहीं देना, गर्म रोटी नहीं देनी, ते इशनान पान दा किने कराउणा है। मरियां ते फिर जिहड़ा हैगा लोकां नूं प्रसाद छकाउंदे हैं, रोटियां छकाउंदे हैं, श्राद्ध कराउंदे हैं। बाणी दे विच इस दी फिर निखेधी कीती है कि जीवत पितर न माना को, मूए श्राद्ध कराई। अपने पितरां नूं बजुर्गां नूं जिउंदियां दी सेवा नहीं करते, मरियां तो बाद फिर श्राद्ध कराउंदे हैं, लोकां नूं खुश करते हैं। जिउंदियां दी सेवा करनी चाहिए है, माता पिता की सेवा करनी चाहिए है। माता का कोई देण नहीं दे सकता कोई पुत्र दुनिया दे, जिस दे किरपा दे नाल, जिस दे अंसारी हो के संसार दे विच दुनिया दे विच मनुखा जन्म मिलिया है। परमात्मा ने बुद्धि भी दिती है। सो खैर पिरथी चंद जिहड़ा हैगा गुरगद्दी दे लालच विच ईरखा वस हो गया, गुरु जी की आग्या मनन तो इनकारी हो गया। गुरु जी ने लाहौर जाण वास्ते गया, कहा कि उत्थे जाओ, रिश्तेदारी दे विच ब्याह शादी का मामला है, तुसीं उत्थे जाओ। इहनूं सोचा कि पिछे तो गद्दी उन्हां दे देण, ते अर्जन ते भाव गुरु अर्जन देव जी ते बहुत खुश ने, उन्हां दी सेवा तो किते उन्हां नूं गद्दी ना दे देण, मैं वड्डा, मैं गद्दी दा मालक हाँ। ये दुनियावी वस्तुआं चीज़ां तां हन नहीं, ये तो जिसकी वक्त तिसा कर आवा है, तो जिसकी वस्तु उस नूं प्राप्त होनी है। धुर दरगाह तो अकाल पुरख का हुक्म जिसनूं भी है। सो इस करके वो गया ना, कहंदा मेरे तो बिना इत्थे लंगर किन्ने संभालना है, मेरे तो बिना सारा काम काज किसने संभालना है। तो बाकी तो सारे इन्ना ध्यान रखते नहीं, मैं ही तो सारा ध्यान रखदा। सेवा करते हुए हंकार नहीं धारण करना चाहिए, हौमै नहीं धारण करनी चाहिए, निमरता धारण करनी हुंदी है। गुरु घर की सेवा करके नीच सदावना, तां प्रभ लेखा अंदर पाए। सो इस करके इसने आग्या मनन तो इनकार ही कर दिती। महादेव जी ये तो मस्त ही रहंदे हुंदे सी, ज़्यादा दुनिया वाल इन्हां दा बहुता ध्यान नहीं सी है। सतगुरु गुरु अर्जन देव महाराज जी छोटे सपुत्तर, ये सतगुर पिता जी दे नाल किन्ना प्यार करते सी, किन्ने आग्याकारी सन, बाणी दे विच अंकित है। भाई मेरा मन लोचा है, गुरदर्शन ताई बिलप करे चातरी की न्याई।
ਤਿਰਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਕੋਲੀ ਹਉ ਘੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ। ਐ ਚੜ੍ਹ ਕੇ ਕੋਠੇ ਦੇ ਉੱਤੇ ਦੇਖਦੇ ਹਨ, ਦਹਿ ਦਿਸ ਛਤਰ ਮੇਘ ਕਟਾਂ ਕਟ ਦਾਮਨ ਚਮਕ ਡਰਾਇਓ। ਸੇਜ ਅਕੇਲੀ ਨੀਂਦ ਨਾ ਨੈਣੈ ਫਿਰ ਪਰਦੇਸ ਸਦਾਇਓ। ਹੁਣ ਨਹੀਂ ਸੰਦੇਸ ਰੁਮਾਇਓ ਇੱਕ ਕੋਸਰੋ ਸਿੱਧ ਕਰਤ ਲਾਲ ਤਵ ਚਤਰ ਪਾਤ ਰੋ ਆਇਓ। ਇੱਕ ਕੋ ਵੀ ਜਾਂਦੇ ਸੀ ਤਾਂ 4-4 ਚਿੱਠੀਆਂ ਆਉਂਦੀਆਂ ਸੀ। ਹੁਣ ਮਹਾਰਾਜ ਜੀ ਤੁਸੀਂ ਸਾਨੂੰ ਭੁਲਾ ਹੀ ਦਿੱਤਾ ਹੈ ਗੁਰਦੇਵ ਪਿਤਾ, ਤੁਸੀਂ ਸਾਨੂੰ ਯਾਦ ਹੀ ਨਹੀਂ ਕਰਦੇ। ਕਿ ਪ੍ਰੀਖਿਆ ਵੀ ਹੋ ਰਹੀ ਹੈ। ਭਾਵੇਂ ਸਤਿਗੁਰੂ ਜਾਣਦੇ ਨੇ ਕਿ ਭਾਈ ਲਹਿਣੇ ਨੂੰ ਹੀ ਗੁਰਗੱਦੀ ਮਿਲਣੀ ਹੈ, ਗੁਰੂ ਨਾਨਕ ਜੀ ਜਾਣਦੇ ਨੇ, ਪਰੰਤੂ ਦੁਨੀਆ ਦੇ ਸਾਹਮਣੇ ਮਿਸਾਲ ਵੀ ਪੇਸ਼ ਕਰਕੇ ਦਿਖਾਉਂਦੇ ਨੇ ਵੀ ਐਵੇਂ ਨਹੀਂ ਗੱਦੀ ਦੇ ਦਿੱਤੀ ਹੈ। ਮੁਰਦਾ ਖਾਣ ਤੱਕ ਤਿਆਰ ਹੋ ਗਏ ਹਨ। ਗੁਰੂ ਅਮਰਦਾਸ ਜੀ ਨੂੰ ਗੁਰਗੱਦੀ ਤਾਂ ਮਿਲਣੀ ਹੈ, ਪਰੰਤੂ ਨਾਲ ਦੁਨੀਆ ਦੇ ਸਾਹਮਣੇ ਪ੍ਰੀਖਿਆ। ਗੁਰੂ ਅਮਰਦਾਸ ਜੀ ਨੂੰ ਪਤਾ, ਸਭ ਜਾਣਦੇ ਨੇ ਵੀ ਗੁਰਗੱਦੀ ਜਿਹੜੀ ਮਿਲਣੀ ਹੈ ਉਹ ਭਾਈ ਜੇਠੇ ਨੂੰ ਮਿਲਣੀ ਹੈ, ਪਰੰਤੂ ਕਈਆਂ ਦੇ ਮਨ ਵਿੱਚ ਹੋ ਜਾਂਦਾ ਵੀ ਇਹਨਾਂ ਨੂੰ ਗੱਦੀ ਕਿਉਂ। ਸਤਿਗੁਰ ਸੱਚੇ ਪਾਤਸ਼ਾਹ ਨੇ ਆਗਿਆ ਕੀਤੀ ਭਾਈ ਸਾਰੇ ਥੜੇ ਬਣਾਓ। ਸਾਰੇ ਬਣਾਉਂਦੇ ਗਏ, ਹਟ ਗਏ। ਥੋੜ੍ਹੇ ਦਿਨਾਂ ਬਾਅਦ ਇੱਕ ਭਾਈ ਜੇਠਾ ਹੀ ਰਹਿ ਗਿਆ। ਸੋ ਇਸ ਕਰਕੇ ਸਤਿਗੁਰੂ ਜੀ ਇਹ ਮਿਸਾਲ ਪੇਸ਼ ਕਰਦੇ ਹਨ ਸਾਹਮਣੇ। ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੁਲਾਇਆ ਨਹੀਂ ਹੈ ਅਤੇ ਪ੍ਰੀਖਿਆ ਵੀ ਹੋ ਰਹੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਸੋ ਕਿੰਨਾ ਪਿਆਰ ਸੀ। ਸੁਣਿਆ ਸੀ ਕਿ ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀ। ਇਹ ਸਤਿਗੁਰੂ ਤੁਹਾਡੇ ਦਰਬਾਰ ਦੇ ਦਰਸ਼ਨਾਂ ਤੋਂ ਬਿਨਾਂ ਮੈਨੂੰ ਨੀਂਦ ਨਹੀਂ ਆਉਂਦੀ ਹੈ, ਮੋਹਿ ਰਾਤਾਂ ਨਹੀਂ ਬੀਤਦੀਆਂ। ਇੰਨੀ ਵੈਰਾਗੀ ਦਸ਼ਾ ਹੋ ਗਈ ਹੈ। ਇੰਨਾ ਪਿਆਰ ਸੀ। ਮੋਹਿ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀ। ਹਉ ਕੋਲੀ ਹਉ ਘੋਲ ਕਮਾਈ ਤੀ ਸੱਚੇ ਗੁਰ ਦਰਬਾਰੇ ਜੀ। ਤੁਹਾਡੇ ਦਰਬਾਰ ਤੋਂ ਮੈਂ ਕੁਰਬਾਨ ਜਾਂਦਾ ਹਾਂ। ਗੁਰੂ ਦੇ ਦਰਬਾਰ ਦੀ ਸੇਵਾ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤੱਕ ਅਸੀਂ ਗੁਰੂ ਦੇ ਦਰਬਾਰ ਨੂੰ ਸਜਾਉਂਦੇ ਹਾਂ, ਭੇਟਾ ਕਰਦੇ ਹਾਂ, ਫੁੱਲ ਤਿਲ ਫੁੱਲ ਦੀ ਭੇਟ ਕਰਦੇ ਹਾਂ, ਚੌਰ ਕਰਦੇ ਹਾਂ। ਇਹ ਗੁਰੂ ਦੇ ਦਰਬਾਰ ਦੀ ਸੇਵਾ ਹੈ ਭਾਈ। ਚਾਰੇ ਪਾਸੇ ਸੇਵਾ ਧਿਆਨ ਰੱਖਦੇ ਹਾਂ, ਸਫਾਈ। ਸਤਿਗੁਰ ਦਾ ਦਰਬਾਰ ਹੈ, ਪਰਮੇਸ਼ਰ ਦਾ ਦਰਬਾਰ ਹੈ ਭਾਈ। ਸੋ ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗੁਰਗੱਦੀ ਤਾਂ ਫਿਰ ਪ੍ਰਾਪਤ ਹੋਣੀ ਹੀ ਸੀ। ਇਹ ਤਾਂ ਗੁਰੂ ਅਮਰਦਾਸ ਜੀ ਨੇ ਪਹਿਲਾਂ ਹੀ ਵਚਨ ਕਰ ਦਿੱਤੇ ਸੀ, ਦੋ ਇਥਾ ਬਾਣੀ ਕਾ ਬੋ ਇਥਾ। ਪਰੰਤੂ ਪ੍ਰਿਥੀ ਚੰਦ ਦੇ ਮਨ ਦੇ ਵਿੱਚ ਈਰਖਾ ਹੈ ਬਹੁਤ ਜ਼ਿਆਦਾ, ਅਤੇ ਉਸਨੇ ਵਿਵਾਦ ਵਧਾ ਲਿਆ ਹੈ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਾਂਤੀ ਦੇ ਪੁੰਜ ਸਨ, ਕੁਛ ਬੋਲਦੇ ਨਹੀਂ ਹਨ। ਉਸਨੇ ਬੜੀਆਂ ਸੰਗਤਾਂ ਨੂੰ ਗੁੰਮਰਾਹ ਵੀ ਕੀਤਾ, ਗਲਤ ਪ੍ਰਚਾਰ ਕੀਤਾ ਵੀ ਮੈਂ ਗੁਰੂ ਹਾਂ, ਮੈਂ ਹੀ ਗੁਰੂ ਹਾਂ, ਵੱਡਾ ਮੈਂ। ਉਹ ਕਾਫੀ ਕੁਛ ਕੀਤਾ। ਉਸਦਾ ਪੁੱਤਰ ਸੀ ਮਿਹਰਬਾਨ, ਉਹਨੇ ਕਾਫੀ ਕੁਛ ਰਚਿਆ, ਬਾਣੀ ਉਹ ਰਚਣ ਲੱਗ ਪਿਆ। ਉਹ ਗੁਰੂ ਦੀ ਰੀਸ ਕਵਿਤਾ ਬਣਾ ਕੇ ਨਾਨਕ ਪਦ ਦੀ ਜਿਹੜੀ ਮੋਹਰ ਲਾਉਣ ਲੱਗ ਪਿਆ। ਇਸ ਤਰ੍ਹਾਂ ਮਿਹਰਬਾਨ ਵਾਲੀ ਇੱਕ ਜਨਮ ਸਾਖੀ ਵੀ ਹੈ। ਸੋ ਇਸ ਕਰਕੇ ਪ੍ਰਿਥੀ ਚੰਦ ਦੀਆਂ ਇਸਤਰੀਆਂ ਜਿਹੜੀਆਂ ਵਾਰਤਾਵਾਂ ਸਨ, ਮਹਾਦੇਵ ਜੀ ਵੀ ਜਿਹੜੇ ਹਨ ਉਸ ਦੇ ਸ਼ਿਕਾਰ ਹੋ ਗਏ ਪ੍ਰਿਥੀ ਚੰਦ ਦੀਆਂ ਗੱਲਾਂ ਦੇ ਵਿੱਚ ਆ ਕੇ ਥੋੜ੍ਹਾ ਬਹੁਤਾ। ਮਹਾਦੇਵ ਜੀ ਦੀ ਜਿਹੜੀ ਔਲਾਦ ਸੀਗੀ ਉਹ ਘੜੂਆਂ ਵਿੱਚ ਵਸੀ ਸੀ ਜਾ ਕੇ, ਫਿਰ ਇਹ ਇਤਿਹਾਸ ਵਿੱਚ ਆਉਂਦਾ ਹੈ। ਸੋ ਨਗਰ ਘੜੂਆਂ। ਸੋ ਇਸ ਕਰਕੇ ਮਹਾਦੇਵ ਜੀ ਜਿਹੜੇ ਹਨ ਕੁਛ ਪ੍ਰਿਥੀ ਚੰਦ ਦੇ ਵੀ ਉਹਦੇ ਗਲਤ ਪ੍ਰਚਾਰ ਦੇ ਵਿੱਚ ਸ਼ਿਕਾਰ ਹੋ ਗਏ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀਆਂ ਨੇ ਇੱਥੋਂ ਤੱਕ ਵੀ ਲੰਗਰ ਮਸਤਾਨੇ ਹੋ ਗਏ, ਸੰਗਤਾਂ ਨੂੰ ਆਉਣ ਤੋਂ ਬੰਦ ਕਰ ਦਿੱਤਾ। ਰਸਤੇ ਵਿੱਚ ਹੀ ਰੋਕ ਲੈਂਦੇ ਨੇ, ਰਸਤੇ ਵਿੱਚ ਹੀ ਘੇਰ ਲੈਂਦੇ ਹਨ, ਗੁਰਾਂ ਤੱਕ ਪਹੁੰਚਣੇ ਨਹੀਂ ਦਿੰਦੇ ਸੰਗਤਾਂ ਨੂੰ। ਬਈ ਇੱਥੇ ਲਿਆਓ ਕਾਰਪੇਟ, ਇੱਥੇ ਲਿਆਓ। ਇੱਥੇ ਪ੍ਰਿਥੀ ਚੰਦ ਗੁਰੂ ਮਸੰਦਾਂ ਨੂੰ ਵਿੱਚ ਜਿਹੜੇ ਉਹਨਾਂ ਨੂੰ ਗੱਠ ਲਿਆ ਥੋੜ੍ਹਿਆਂ ਬਹੁਤਿਆਂ ਨੂੰ ਵਿੱਚ। ਸੋ ਇਸ ਤਰ੍ਹਾਂ ਦੀ ਹਾਲਾਤ ਹੋ ਗਈ ਸੀ ਵੀ ਲੰਗਰ ਮਸਤਾਨੇ ਹੋ ਗਏ। ਗੁਰੂ ਮਹਾਰਾਜ ਨੇ ਜੋ ਕੁਛ ਹੀ ਵੇਚ ਕੇ ਲਗਾ ਦਿੱਤਾ ਹੈ। ਭਾਈ ਗੁਰਦਾਸ ਜੀ ਆਏ, ਜਦੋਂ ਦੇਖਿਆ ਵੀ ਲੰਗਰ ਦੀ ਇਹ ਹਾਲਤ ਹੋ ਗਈ ਹੈ, ਜਿੱਥੇ 36 ਪਦਾਰਥ ਵਰਤਦੇ ਸੀ ਹੁਣ ਲੰਗਰ ਮਸਤਾਨੇ ਹੋਏ ਹੋਏ ਹਨ। ਅਤੇ ਆਪਣਾ ਰੋੜੂ ਪ੍ਰਸ਼ਾਦ, ਜਿਸ ਨੂੰ ਆਪਾਂ ਆਪਣਾ ਗੰਢਾ ਪਿਆਜ਼ ਉਹਦੇ ਨਾਲ ਹੀ ਰੁੱਖੀ ਸੁੱਖੀ ਖਾਣ ਵਾਸਤੇ ਜਦੋਂ ਦਿੱਤਾ, ਭਾਈ ਗੁਰਦਾਸ ਜੀ ਨੇ ਹੱਥਾਂ ਦੇ ਉੱਤੇ ਰੱਖਿਆ। ਗੁਰੂ ਦੇ ਦਰਬਾਰ ਦੇ ਵਿੱਚ ਤਾਂ ਬਹੁਤ ਪਦਾਰਥ ਵਰਤਦੇ ਸੀ। ਅੰਮ੍ਰਿਤ ਖੀਰ, ਘਿਆਲੀ ਘਿਓ ਪਾ ਕੇ ਖੀਰ ਵਰਤੀ ਜਾਂਦੀ ਸੀ।
ਤੇ ਹੁਣ ਤਾਂ ਰੂੜੂ ਪ੍ਰਸ਼ਾਦ ਹੀ ਚੱਲ ਰਿਹਾ ਹੈ। ਫਿਰ ਦੱਸਿਆ ਕਿ ਵੀ ਇਹ ਹਾਲਤ ਕੀ ਹੈ। ਭਾਈ ਗੁਰਦਾਸ ਜੀ ਕਾਫੀ ਸਮੇਂ ਤੋਂ ਬਾਅਦ ਆਏ ਸੀ। ਇਹ ਪਿਰਥੀ ਚੰਦ ਦੀ ਇਹ ਕਰਤੂਤ ਹੈ। ਅਤੇ ਕਈ ਆਪਣਾ ਬਾਬਾ ਸ੍ਰੀ ਚੰਦ ਜੀ ਨੂੰ ਪਿਰਥੀ ਚੰਦ ਦੇ ਨਾਲ ਜਿਹੜੇ ਹਨ ਉਹ ਰਲਾਉਂਦੇ ਹਨ, ਉਹ ਗਲਤ ਹੈ। ਗੁਰੂ ਅੰਗਦ ਦੇਵ ਮਹਾਰਾਜ ਦੇ ਪੁੱਤਰ ਭਾਈ ਦਾਤੂ, ਭਾਈ ਦਾਸੂ, ਈਰਖਾ ਤਾਂ ਦੁਨਿਆਵੀ ਇਨਸਾਨਾਂ ਦੇ ਵਿੱਚ ਹੋ ਹੀ ਜਾਂਦੀ ਹੈ। ਸੋ ਅੱਜ ਕੱਲ੍ਹ ਕਿੰਨੇ ਕਿੰਨੇ ਝਗੜੇ ਹੁੰਦੇ ਨੇ, ਗੁਰਦੁਆਰਿਆਂ ਦੇ ਵਿੱਚ ਹੀ ਝਗੜੇ ਹੁੰਦੇ ਨੇ, ਕਿੰਨੇ ਪੈਸੇ ਪਿੱਛੇ ਜਾਂ ਹੋਰ ਕਿੰਨਾ ਕੁਛ ਹੁੰਦਾ, ਵੋਟਾਂ ਪੈਂਦੀਆਂ ਨੇ, ਕਿੰਨਾ ਕੁਛ ਹੁੰਦਾ ਹੈ ਭਾਈ। ਸਿਰਫ ਮਾੜੀਆਂ ਮੋਟੀਆਂ ਪ੍ਰਧਾਨਗੀਆਂ ਪਿੱਛੇ ਹੀ ਇੱਕ ਗੁਰਤਾ ਗੱਦੀ ਦੇ ਪਿੱਛੇ ਆਮ ਹੋ ਸਕਦਾ ਹੈ। ਸੋ ਆਮ ਦੁਨਿਆਵੀ ਬੰਦਿਆਂ ਦੇ ਅੰਦਰ ਲਾਲਚ ਵੀ ਆ ਸਕਦਾ ਹੈ, ਭਾਵੇਂ ਚਲੋ ਗੁਰੂ ਸਪੁੱਤਰ ਸਨ, ਹੁਣ ਸਾਡਾ ਤਾਂ ਸਤਿਕਾਰ ਕਰਨਾ ਬਣਦਾ। ਇੱਥੋਂ ਤੱਕ ਗੁਰੂ ਅਮਰਦਾਸ ਜੀਆਂ ਦੇ ਲੱਤ ਮਾਰੀ ਸੀ ਆ ਕੇ ਦਾਤੂ ਨੇ, ਗੁਰੂ ਅੰਗਦ ਦੇਵ ਮਹਾਰਾਜ ਜੀ ਸਪੁੱਤਰ ਨੇ ਗੁੱਸੇ ਵਿੱਚ ਭਰੀ ਸੰਗਤ ਦੇ ਵਿੱਚ ਆ ਕੇ ਲੱਤ ਮਾਰੀ ਸੀ ਆ ਕੇ। ਪਰੰਤੂ ਗੁਰੂ ਅਮਰਦਾਸ ਜੀ ਨੇ ਭਾਈ ਦਾਤੂ ਦੇ ਚਰਨ ਪਕੜ ਲਏ, ਘੁੱਟਣ ਲੱਗ ਪਏ, ਕਹਿਣ ਲੱਗੇ, ਇਹ ਸਾਹਿਬਜ਼ਾਦਿਓ, ਤੁਸੀਂ ਸਾਡੇ ਵਾਸਤੇ ਗੁਰੂਆਂ ਦੇ ਸਮਾਨ ਨਹੀਂ ਹੋ, ਗੁਰੂਆਂ ਦੇ ਸਮਾਨ ਨਹੀਂ ਹੋ। ਮੇਰੇ ਤਾਂ ਹੱਡ ਬੜੇ ਕੈੜੇ ਨੇ, ਸਖਤ ਨੇ, ਵਿਰਧ ਅਵਸਥਾ ਹੈ। ਤੁਹਾਡੇ ਚਰਨ ਜਿਹੜੇ ਕਮਲਾਂ ਵਰਗੇ ਹਨ, ਨਰਮ ਨੇ, ਕਿਤੇ ਸੱਟ ਤਾਂ ਨਹੀਂ ਵੱਜੀ ਤੁਹਾਡੇ। ਐਂ ਚਰਨ ਘੁੱਟਣ ਲੱਗ ਪਏ। ਅਤੇ ਅੱਜ ਦੇ ਸਿੱਖ ਅਖਵਾਉਣ ਵਾਲੇ ਕਿੰਨੀ ਨਿੰਦਿਆ ਕਰਦੇ ਨੇ ਗੁਰੂ ਸਪੁੱਤਰਾਂ ਦੀ, ਬਾਬਾ ਸ੍ਰੀ ਚੰਦ ਦੀ ਨਿੰਦਿਆ ਕਰਦੇ ਹਨ। ਉਹ ਸਿੱਖ ਨਹੀਂ ਹੋ ਸਕਦਾ ਹੈ। ਗੁਰੂ 10ਵੇਂ ਪਾਤਸ਼ਾਹ ਤੱਕ ਸਤਿਕਾਰ ਕਰਦੇ ਆਏ ਨੇ। 6ਵੇਂ ਪਾਤਸ਼ਾਹ ਨੇ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਸੌਂਪ ਦਿੱਤੇ ਬਾਬਾ ਸ੍ਰੀ ਚੰਦ ਜੀਆਂ ਨੂੰ। ਸੋ ਪਿਰਥੀ ਚੰਦ ਨੇ ਹੱਦਾਂ ਜ਼ਰੂਰ ਟੱਪੀਆਂ ਸੀ। ਇਸ ਕਰਕੇ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਇਹਨਾਂ ਨੇ ਗਲਤ ਕੀਤਾ, ਮੀਣਿਆਂ ਨੇ ਜਿਹੜੀ ਬਹੁਤ ਹੀ ਜ਼ਿਆਦਾ ਈਰਖਾ ਕੀਤੀ। ਪਰੰਤੂ ਬਾਬਾ ਸ੍ਰੀ ਚੰਦ ਜੀ ਐਸੇ ਮਹਾਂਪੁਰਖ, ਉਹਨਾਂ ਦੀ ਹੁਣ ਗੁਰਤਾ ਗੱਦੀ ਦੀ ਤਾਂ ਚਲੋ ਠੀਕ ਹੈ, ਇਹ ਹੋ ਸਕਦਾ ਹੈ, ਪਰੰਤੂ ਇੰਨੀ ਉਹਨਾਂ ਨੇ ਕੋਈ ਜ਼ਿਆਦਾ ਹੁਣ ਨਹੀਂ ਕੀਤਾ ਹੈ, ਆਪਣਾ ਪੰਥ ਚਲਾਇਆ। ਸੋ ਉਦਾਸੀਨ ਗੁਰੂ ਘਰ ਦੇ ਨਾਲ ਰਲ ਮਿਲ ਕੇ ਹੀ ਚਲੇ ਆਉਂਦੇ ਰਹੇ ਹਨ, ਬੜੀਆਂ ਸੇਵਾਵਾਂ ਕੀਤੀਆਂ ਹਨ। ਉਦਾਸੀਨ ਮਹਾਂਪੁਰਸ਼ਾਂ ਨੇ, ਖਾਲਸਿਆਂ ਨੂੰ ਜੰਗਲਾਂ ਦੇ ਵਿੱਚ ਰਹਿਣਾ ਪਿਆ। ਉਦਾਸੀ ਮਹਾਂਪੁਰਸ਼ਾਂ ਨੇ ਬਾਬਾ ਸ੍ਰੀ ਚੰਦ ਜੀ ਦਾ ਚਲਾਇਆ ਹੈ ਪੰਥ। ਉਹਨਾਂ ਨੇ ਉਸ ਸਮੇਂ ਬੜੀਆਂ ਭਾਰੀਆਂ ਸੇਵਾਵਾਂ, ਗੁਰਬਾਣੀ ਲਿਖਣ ਦੀਆਂ, ਗੁਰਦੁਆਰਿਆਂ ਨੂੰ ਸੰਭਾਲਣ ਦੀਆਂ, ਬਹੁਤ ਸਾਰੀਆਂ ਸੇਵਾਵਾਂ ਸਹਿਧਾਰੀ ਹੋ ਕੇ ਕੀਤੀਆਂ ਉਹਨਾਂ ਨੇ। ਸੋ ਗੁਰੂ ਸਪੁੱਤਰਾਂ ਦਾ ਸਤਿਕਾਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਦਾਤੂ ਨੂੰ, ਦਾਤੂ ਗੁੱਸੇ ਵਿੱਚ ਆ ਕੇ ਬੋਲਿਆ ਅੱਗੇ, ਹੱਕ ਸਾਡਾ ਸੀਗਾ ਗੁਰੂ ਬਣਨ ਦਾ, ਤੁਸੀਂ ਗੁਰੂ ਬਣ ਕੇ ਬੈਠ ਗਏ, ਫਿਰ ਕੀ ਹੁਕਮ ਹੈ ਸਾਨੂੰ ਛੱਡ ਕੇ ਚਲੇ ਜਾਓ। ਇਹ ਮਾਇਆ, ਇਹ ਸਾਡਾ ਹੱਕ ਸੀਗਾ। ਦਾਤੂ ਬੈਠ ਗਿਆ ਗੱਦੀ 'ਤੇ, ਮੱਥੇ ਟਿਕਾਉਣ ਲੱਗ ਪਿਆ। ਗੁਰੂ ਅਮਰਦਾਸ ਮਹਾਰਾਜ ਜੀ ਬਸ ਉੱਥੋਂ ਗੁਪਤ ਹੋ ਗਏ। ਗੁਪਤ ਹੋ ਗਏ, ਜਾ ਕੇ ਕੱਚੇ ਕੋਠੇ ਦੇ ਵਿੱਚ ਚੌਂਕੜਾ ਲਾ ਕੇ ਬੈਠ ਗਏ ਸੀ। ਇਹ ਇਤਿਹਾਸ ਹੈ। ਹੁਣ ਮੱਥੇ ਟਿਕਾਉਣੇ ਤਾਂ ਸੌਖੇ ਨੇ, ਪਰੰਤੂ ਇਹ ਬੋਝ ਚੱਕਣਾ ਦੁਨੀਆ ਦਾ ਕੌਣ ਚੱਕ ਸਕਦਾ? ਗੁਰੂ ਇਹ ਚੱਕ ਸਕਦਾ। ਵਾਜੋਂ ਗੁਰੂ ਗੁਬਾਰ ਹੈ ਕਰਦੀ ਸੁਣੇ ਲਕਾਈ। ਮੱਥੇ ਟਿਕਾਏ ਅਤੇ ਫਿਰ ਆਪਣਾ ਮਾਇਆ ਇਕੱਠੀ ਹੋਈ, ਮਾਇਆ ਇਕੱਠੀ ਕਰਕੇ ਗਣਨ ਦੇ ਵਿੱਚ ਲੱਗ ਗਿਆ। ਹੱਥ ਕਾਲੇ ਹੋ ਗਏ। ਕਹਿਣਾ ਕੀਤਾ ਮਾਤਾ ਜੀ ਨੇ, ਦੇਖ ਤੇਰੇ ਹੱਥ ਕਾਲੇ ਹੋ ਗਏ ਨੇ। ਇਹ ਮਾਇਆ ਕਿਹੋ ਜਿਹੀ ਹੈ ਜਿਸ ਦੇ ਨਾਲ ਹੱਥ ਕਾਲੇ ਹੋ ਗਏ? ਮਨ ਕਿੰਨਾ ਕੁ ਕਾਲਾ ਹੋਇਆ ਹੋਊਗਾ? ਮਨ ਨਹੀਂ ਕਾਲਾ ਹੋਇਆ ਹੋਊਗਾ। ਸਿਰ ਦੁਖਣ ਲੱਗ ਪਿਆ, ਮੇਰਾ ਸਿਰ ਦਰਦ ਨਹੀਂ ਹਟਦਾ, ਬੜੀਆਂ ਦਵਾਈਆਂ, ਹਟਦਾ ਨਹੀਂ। ਕਹਿੰਦੇ ਇਹ ਸਿਰ ਜਿੰਨਾ ਚਿਰ ਮਾਤਾ ਜੀਆਂ ਨੇ ਕਹਿਣਾ ਕੀਤਾ, ਜਿੰਨਾ ਚਿਰ ਇਹ ਸਿਰ ਜਿਹੜਾ ਹੈ ਨਾ, ਇਹ ਗੁਰੂ ਅਮਰਦਾਸ ਜੀਆਂ ਦੇ ਚਰਨਾਂ 'ਤੇ ਨਹੀਂ ਨਾ ਟਿਕਦਾ, ਉਨਾ ਚਿਰ ਨਹੀਂ ਸਿਰ ਦਰਦ ਹਟਣਾ ਹੈ, ਉਨਾ ਚਿਰ ਸਿਰ ਦਰਦ ਨਹੀਂ ਹਟਣਾ। ਮਾਤਾ ਖੀਵੀ ਜੀ ਨੇ ਸਮਝਾਇਆ, ਸਮੱਤ ਦਿੱਤੀ, ਹਉਮੈ ਛੱਡੋ, ਗੁਰੂ ਦੇ ਚਰਨਾਂ ਵਿੱਚ ਪਿਓ ਜਾ ਕੇ। ਸੋ ਇਸ ਕਰਕੇ ਗੁਰੂ ਸਪੁੱਤਰਾਂ ਦਾ ਸਤਿਕਾਰ, ਇਤਿਹਾਸ ਦਸ਼ਮੇਸ਼ ਪਿਤਾ ਤੱਕ ਬਾਬਾ ਸ੍ਰੀ ਚੰਦ ਸਾਰਾ 6ਵੇਂ ਪਾਤਸ਼ਾਹ ਨੇ ਸਾਰੇ ਪੁੱਤਰ ਆਪਣੇ ਬਾਬਾ ਸ੍ਰੀ ਚੰਦ ਜੀ ਦੇ ਸਾਹਮਣੇ ਖੜਾ ਦਿੱਤੇ। ਸਾਰੇ ਤੁਹਾਡੇ ਹੀ ਨੇ ਮਹਾਰਾਜ, ਲੈ ਲਓ, ਸਾਰੇ ਲੈ ਲਓ। ਉਹਨਾਂ ਨੇ ਬਾਬਾ ਗੁਰਦਿੱਤਾ ਜੀ ਨੂੰ ਜਿਹੜਾ ਹੈ ਲੈਣਾ ਕੀਤਾ ਸੀ। ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ। ਸੋ ਇਸ ਕਰਕੇ ਹੁਣ ਪਿਰਥੀ ਚੰਦ ਨੇ ਹੱਦਾਂ ਟੱਪੀਆਂ, ਬਹੁਤ ਹੀ ਈਰਖਾ ਜ਼ਿਆਦਾ ਕੀਤੀ। ਸੋ ਮਹਾਦੇਵ ਜੀ 'ਤੇ ਵੀ ਥੋੜ੍ਹਾ ਅਸਰ ਹੋਇਆ। ਪਰੰਤੂ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਕੋਲੇ ਆਏ ਸੰਗਤ ਵਿੱਚ,
ਉੱਧਰ ਦੂਜੇ ਪਾਸੇ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਸਮਝਾਇਆ, ਉਹ ਕੱਚੇ ਗੁਰੂਆਂ ਦੇ ਮਗਰ ਨਾ ਲੱਗੋ। ਇਹ ਪ੍ਰਿਥੀ ਚੰਦ ਨੂੰ ਕੋਈ ਗੱਦੀ ਨਹੀਂ ਮਿਲੀ ਹੈ, ਐਵੇਂ ਗਮਰਾਹ ਕਰ ਰਿਹਾ, ਝੂਠ ਬੋਲ ਰਿਹਾ। ਆਓ ਸੱਚੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਦੀ ਸ਼ਰਨ ਵਿੱਚ ਜਾਣ ਸੰਗਤਾਂ ਨੂੰ ਸਮਝਾਇਆ, ਤੁਸੀਂ ਐਵੇਂ ਪਿੱਛੇ ਨਾ ਲੱਗੋ, ਆਪਣਾ ਦਸਵੰਧ ਪੈਸਾ ਜਿਹੜਾ ਗਵਾ ਰਹੇ ਹੋ, ਆਪਣਾ ਟਾਈਮ ਨਾ ਬਰਬਾਦ ਕਰੋ। ਕੱਚੇ ਗੁਰ ਤੇ ਮੁਕਤ ਨਾ ਹੁਆ। ਗੁਰੂ ਅਰਜਨ ਦੇਵ ਮਹਾਰਾਜ ਫਿਰ ਲਹਿਰਾਂ ਵਹਿਰਾਂ ਹੋ ਗਈਆਂ, ਚੱਲਣ ਲੱਗੇ ਲੰਗਰ ਪਾਣੀ। ਸੋ ਸੰਗਤਾਂ ਨੂੰ ਭੁਲੇਖੇ ਦੂਰ ਹੋ ਗਏ, ਭਰਮ ਦੂਰ ਹੋ ਗਏ। ਬਾਬਾ ਬੁੱਢਾ ਜੀ ਨੇ ਪਰੇ ਜਾ ਕੇ ਭਾਈ ਗੁਰਦਾਸ ਜੀ ਨੇ ਫਿਰ ਬਾਹਰ ਸੰਗਤ ਤੇ ਦੂਰ ਹੀ ਫਿਰ ਆਪਣਾ ਰਸਤੇ ਦੇ ਵਿੱਚ ਫਿਰ ਟਿਕਾਣਾ ਕਰ ਲਿਆ। ਉੱਥੋਂ ਹੀ ਸਮਝਾਉਣ ਲੱਗ ਗਏ ਸਭ ਸੰਗਤਾਂ ਨੂੰ, ਇਹ ਭਾਈ ਕਿਸੇ ਨੇ ਇਹ ਕੱਚਿਆਂ ਪਿੱਛਿਆਂ ਦੇ ਪਿੱਛੇ ਨਹੀਂ ਲੱਗਣਾ ਹੈਗਾ, ਸੱਚੇ ਗੁਰੂ ਦੇ ਚਰਨੀ ਲੱਗੋ। ਸੋ ਇਸ ਕਰਕੇ ਹੁਣ ਮਹਾਦੇਵ ਜੀ ਜਦੋਂ ਗੁਰੂ ਮਹਾਰਾਜ ਦੇ ਕੋਲ ਆਏ, ਦੇਖਿਆ ਹਾਂ ਵੀ ਸੱਚੇ ਗੁਰੂ ਤਾਂ ਇਹੀ ਨੇ। ਸੋ ਇਸ ਕਰਕੇ ਫਿਰ ਬੇਨਤੀ ਕਰਦੇ ਹਨ, ਨਿਮਰਤਾ ਦੇ ਘਰ ਵਿੱਚ ਆ ਗਏ। ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ। ਇੱਕੋ ਪਿਤਾ ਦੇ ਪੁੱਤਰ ਹਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਗੁਰੂਆਂ ਨੇ ਬਾਣੀ ਕਿਸੇ ਪਰਥਾਏ ਵੀ ਉਚਾਰਨ ਕੀਤੀ ਹੈ। ਸੱਜਣ ਠੱਗ ਦੇ ਪਰਥਾਏ ਸ਼ਬਦ ਉਚਾਰਿਆ ਤੇ ਇਸ ਤਰ੍ਹਾਂ ਪੱਟੀ ਲਿਖੀ ਬਾਣੀ ਉਚਾਰੀ ਤਾਂ ਕਿਸੇ ਪਰਥਾਏ ਹੈ, ਪਰੰਤੂ ਸਾਰਿਆਂ ਵਾਸਤੇ ਉਪਦੇਸ਼ ਆ, ਉਹ ਸਾਂਝਾ ਉਪਦੇਸ਼ ਆ ਸਾਰਿਆਂ ਵਾਸਤੇ। ਸੋ ਗੁਰੂ ਜੀ ਨੇ ਹੁਣ ਇਹ ਸ਼ਬਦ ਉਚਾਰਨ ਕੀਤਾ ਹੈ ਤੇ ਇਸ ਘਟਨਾ ਨੂੰ ਜਿਹੜਾ ਅੰਕਿਤ ਵੀ ਕੀਤਾ ਹੈ। ਸੋ ਗੁਰਬਾਣੀ ਦੇ ਵਿੱਚ ਜਿਹੜਾ ਹੈ ਕਿ ਐਸੇ ਗੁਰੂ ਅਮਰਦਾਸ ਜੀ ਨਾਲ ਜੋ ਈਰਖਾ ਵੀ ਕਰਦੇ ਸਨ ਲੋਕ, ਉਹ ਵੀ ਸਾਰੇ ਸ਼ਬਦ ਆਉਂਦੇ ਨੇ ਵਿੱਚ। ਇਸ ਤਰ੍ਹਾਂ ਵੀ ਜਿਹੜਾ ਹੈ ਇਹ ਇਤਿਹਾਸ ਹੈ, ਸਮਝ ਲਓ, ਉਹ ਵੀ ਗੁਰਬਾਣੀ ਵਿੱਚ ਅੰਕਿਤ ਹੈ ਸ਼ਬਦ। ਸੋ ਇਸ ਕਰਕੇ ਹੁਣ ਬੇਨਤੀ ਕਰਦੇ ਨੇ ਮਹਾਦੇਵ ਜੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ। ਫਿਰ ਸੁਣੋ, ਏਕ ਪਿਤਾ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ। ਆਪਾਂ ਇੱਕੋ ਪਿਤਾ ਦੇ ਪੁੱਤਰ ਹਾਂ ਭਰਾਤਾ ਜੀ, ਇੱਕੋ ਹੀ ਆਪਣਾ ਗੁਰੂ ਹੈ, ਪਿਤਾ ਹੈ ਗੁਰੂ ਰਾਮਦਾਸ ਮਹਾਰਾਜ। ਤੂੰ ਮੇਰਾ ਗੁਰ ਹਾਈ, ਤੁਸੀਂ ਮੇਰੇ ਗੁਰ ਭਾਈ ਹੋ, ਤੁਸੀਂ ਮੇਰੇ ਗੁਰ ਭਾਈ ਹੋ। ਸੋ ਗੁਰਸਿੱਖਾਂ ਦੇ ਵਿੱਚ ਵੀ ਇਹੋ ਜਿਹਾ ਪਿਆਰ ਹੋਣਾ ਚਾਹੀਦਾ ਵੀ ਅਸੀਂ ਇੱਕੋ ਪਿਤਾ ਦੇ ਪੁੱਤਰ ਹਾਂ, ਇੱਕੋ ਗੁਰੂ ਦੇ ਸਿੱਖ ਹਾਂ, ਇੱਕੋ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਇੱਕੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੇਵਕ ਹਾਂ। ਇਸ ਕਰਕੇ ਮਨਾਂ ਦੇ ਵਿੱਚ ਈਰਖਾ ਰਾਗ ਦਵੈਸ਼ ਨਹੀਂ ਹੋਣਾ ਚਾਹੀਦਾ। ਜਿਵੇਂ ਭਰਾ ਪਿਆਰ ਕਰਦੇ ਨੇ, ਲੋੜ ਪੈਣ 'ਤੇ ਖੜ੍ਹਦੇ ਨੇ ਇੱਕ ਦੂਸਰੇ ਵਾਸਤੇ, ਪਰੰਤੂ ਹੁਣ ਕਲਯੁਗ ਦਾ ਜ਼ਮਾਨਾ ਚਲੋ ਕੁਛ ਹੋਰ ਬਣਦਾ ਜਾ ਰਿਹਾ ਹੈ ਪਿਛਲੇ ਸਮਿਆਂ ਦੇ ਅੰਦਰ। ਅੱਜ ਕੱਲ੍ਹ ਕਾਫੀ ਘੱਟ ਗਿਆ ਹੈ ਇਹਨਾਂ ਗੱਲਾਂ ਨੂੰ। ਸੋ ਇਸ ਕਰਕੇ ਸਾਨੂੰ ਭਰਾ ਬਣ ਕੇ ਜਿਹੜਾ ਹੈ ਰਹਿਣਾ ਚਾਹੀਦਾ ਹੈ। ਇੱਕ ਪਿਤਾ ਇੱਕੋ ਹੀ ਪਿਤਾ ਦੇ ਪੁੱਤਰ ਹਾਂ, ਤੂੰ ਮੇਰਾ ਗੁਰ ਹਾਈ, ਤੁਸੀਂ ਮੇਰੇ ਗੁਰ ਭਾਈ ਹੋ। ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਹੇ ਮੇਰੇ ਮਿੱਤਰ, ਹੇ ਮੇਰੇ ਸੱਚੇ ਮਿੱਤਰ, ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ। ਮੇਰਾ ਜਿਹੜਾ ਜੀ ਹੈ, ਦਿਲ ਹੈ, ਉਹ ਕੁਰਬਾਨ ਜਾਂਦਾ, ਬਲ ਜਾਂਦਾ ਹੈ। ਹਰ ਦਰਸ਼ਨ ਦੇਹੋ ਦਿਖਾਈ, ਤੁਸੀਂ ਮੈਨੂੰ ਵੀ ਜਿਹੜਾ ਹਰੀ ਦੇ ਦਰਸ਼ਨ ਕਰਾ ਦਿਓ, ਪ੍ਰਭੂ ਦੇ ਦਰਸ਼ਨ ਕਰਾ ਦਿਓ, ਤੁਸੀਂ ਤਾਂ ਗੁਰੂ ਬਣ ਗਏ ਹੋ। ਸੁਣ ਮੀਤਾ ਧੂਰੀ ਕੋ ਬਲ ਜਾਈ। ਸੁਣੋ ਹੇ ਮੇਰੇ ਮਿੱਤਰ, ਸੁਣੋ, ਅਸੀਂ ਤੁਹਾਡੀ ਚਰਨ ਧੂੜ ਤੋਂ ਕੁਰਬਾਨ ਜਾਂਦੇ ਹਾਂ, ਚਰਨ ਧੂੜ ਤੋਂ ਬਲਿਹਾਰੇ ਜਾਂਦੇ ਹਾਂ। ਇਹੋ ਮਨ ਤੇਰਾ ਭਾਈ, ਇਹ ਜਿਹੜਾ ਸਾਡਾ ਮਨ ਹੈ ਹੁਣ ਤੁਹਾਡਾ ਹੋ ਗਿਆ ਹੈ। ਇਹ ਮਨ ਤੇਰਾ ਭਾਈ, ਜਿਹੜਾ ਮੇਰਾ ਮਨ ਹੈ, ਇਹ ਮੇਰੇ ਭਰਾਤਾ, ਇਹ ਹੁਣ ਮੇਰਾ ਨਹੀਂ ਹੈ, ਮੈਂ ਤਾਂ ਤਨੋਂ ਮਨੋਂ ਤੁਹਾਡਾ ਹੋ ਗਿਆ ਹਾਂ। ਰਹਾਉ ਅਸਥਾਈ ਦੇ ਕੇ ਫਰਮਾਨ ਕਰਦੇ ਹਨ, ਪਾਪ ਮਲੋਵਾ ਮਲ ਮਲ ਧੋਵਾ, ਇਹੋ ਮਨ ਤੈ ਕੂ ਦੇਸਾ। ਇੰਨੀ ਨਿਮਰਤਾ ਆ ਗਈ ਹੈ ਕਿ ਮੈਂ ਤੁਹਾਡੇ ਚਰਨਾਂ ਨੂੰ ਪਾਪ ਮਲੋਵਾ, ਮੈਂ ਉਹਨਾਂ ਨੂੰ ਮਲਾਂ, ਮਾਲਸ਼ ਕਰਾਂ, ਉਹਨਾਂ ਨੂੰ ਦਬਾਵਾਂ। ਪਾਪ ਮਲੋਵਾ, ਮਲ ਉਹਨਾਂ ਨੂੰ ਮਲ ਕੇ ਧੋਵਾਂ, ਮੈਂ ਇਸ਼ਨਾਨ ਕਰਾਵਾਂ। ਪਾਪ ਮਲੋਵਾ ਮਲ ਧੋਵਾ, ਇਹ ਮਨ ਤੈ ਕੂ ਦੇਸਾ। ਜਿਹੜਾ ਮਨ ਹੈ ਇਹ ਤੁਹਾਨੂੰ ਦੇ ਕੇ
ਤੁਹਾਨੂੰ ਅਰਪਣ ਕਰਕੇ ਮੈਂ ਇਹ ਸੇਵਾ ਕਰਾਂ। ਤੁਹਾਡੇ ਚਰਨ ਜਿਹੜੇ ਹਨ ਮੈਂ ਮਲ ਮਲ ਕੇ ਧੋਵਾਂ। ਸੁਣ ਮੀਤਾ ਹਉ ਤੇਰੀ ਸ਼ਰਨਾਈ ਆਇਆ, ਪ੍ਰਭ ਮਿਲੋ ਦੇਹ ਉਪਦੇਸਾ। ਹੇ ਮੇਰੇ ਸੱਚੇ ਮਿੱਤਰ, ਗੁਰੂ ਵੀ ਸੱਚਾ ਮਿੱਤਰ ਹੁੰਦਾ ਹੈ। ਸੋ ਇਸ ਤਰ੍ਹਾਂ ਬੇਨਤੀਆਂ ਗੁਰਮੁਖਾਂ ਦੇ ਅੱਗੇ ਵੀ ਐਂ ਬੇਨਤੀਆਂ ਕਰਨੀਆਂ ਹਨ। ਬ੍ਰਹਮ ਗਿਆਨੀ ਲੋਕ ਦਿਓ ਸੱਜਣ ਅਸੀਂ ਸੜੀਆਂ, ਜੇ ਹੋਵੈ ਸਾਹਿਬ ਸਿਉ ਮੇਲ। ਪ੍ਰਭ ਮਿਰਵੇ ਕੋ ਪ੍ਰੀਤ ਮਨ ਲਾਗੀ, ਪਾਏ ਲੱਗੋ ਮੋਹਿ ਕਰੋ ਬੇਨਤੀ, ਕੋ ਸੰਤ ਮਿਲੈ ਬੜ ਭਾਗੀ। ਮਨ ਅਰਪਉ ਤਨ ਰਾਖੋ ਆਗੈ, ਮਨ ਕੀ ਮਤ ਮੋਇ ਸਗਲ ਤਿਆਗੀ। ਜੋ ਪ੍ਰਭ ਕੀ ਹਰ ਕਥਾ ਸੁਨਾਵੈ, ਆਮਦਨ ਫਿਰੋਂ ਤਿਸ ਪਿਛੈ ਬੈਰਾਗੀ। ਪੂਰਵ ਕਰਵ ਅੰਕਰ ਜਬ ਪ੍ਰਗਟੇ, ਭੇਟਿਓ ਪੁਰਖ ਰਸ ਕਬੈਰਾਗੀ। ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਐਂ ਬੇਨਤੀਆਂ ਕਰੋ ਗੁਰਮੁਖਾਂ ਅੱਗੇ, ਬ੍ਰਹਮ ਗਿਆਨੀਆਂ ਲੋਕ ਅੱਗੇ, ਗੁਰੂ ਅੱਗੇ, ਸਤਿਗੁਰਾਂ ਅੱਗੇ। ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੋਂ ਬਕੋ ਸੁਭ ਰਸਨਾ। ਦੀਜੈ ਪ੍ਰਾਣ ਅਕੋਰ, ਮੈਂ ਪ੍ਰਾਣਾਂ ਦੀ ਭੇਟਾ ਰੱਖ ਦੇਵਾਂ ਜਿਹੜਾ ਮੈਨੂੰ ਪਰਮਾਤਮਾ ਨਾਲ ਜੋੜ ਦੇਵੇ, ਗੁਰੂ ਨਾਲ ਜੋੜ ਦੇਵੇ। ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੋਂ ਮੈਂ ਚਰਨ ਪਕੜਾਂ। ਚਰਨ ਗਹੋਂ ਬਕੋ ਸੁਭ ਰਸਨਾ, ਮਿੱਠੇ ਮਿੱਠੇ ਬੋਲ ਬੋਲਾਂ। ਦੀਜੈ ਪ੍ਰਾਣ, ਆਪਣੇ ਪ੍ਰਾਣਾਂ ਦੀ ਭੇਟਾ ਹੀ ਰੱਖ ਦੇਵਾਂ। ਹੋਰ ਛੋਟੀ ਮੋਟੀਆਂ ਭੇਟਾਂ ਕਿਚਨ ਪ੍ਰਾਣ ਹੀ ਭੇਟ ਕਰ ਦੇਵਾਂ। ਸੋ ਉਹੀ ਜਿਹੜਾ ਹੈਗਾ ਤਾਤਪਰਜ ਇਸ ਸ਼ਬਦ ਦੇ ਅੰਦਰ ਹੈ। ਪਰ ਮਿਲਵੇ ਕੋ ਪ੍ਰੀਤ ਮਨ ਲਾਗੀ, ਪਾਏ ਲੱਗੋਂ ਮੋਹਿ ਕਰੋ ਬੇਨਤੀ, ਕੋ ਸੰਤ ਮਿਲੈ ਬੜ ਭਾਗੀ। ਜੋ ਕੋਈ ਰੱਬ ਦਾ ਪਿਆਰਾ ਕੋਈ ਮੈਨੂੰ ਮਿਲਾ ਦੇਵੇ, ਗੁਰੂ ਦਾ ਰਸਤਾ, ਪ੍ਰਮਾਤਮਾ ਦਾ ਰਸਤਾ ਦੱਸੇ, ਪ੍ਰਮਾਤਮਾ ਦੇ ਨਾਲ ਮਿਲਾ ਦੇਵੇ, ਮੈਂ ਚਰਨ ਧੂੜ ਬਣ ਜਾਵਾਂ। ਮੈਂ ਚਰਨ ਜਿਹੜੇ ਹਨ ਮਲ ਮਲ ਕੇ ਧੋਵਾਂ, ਇਹ ਮਨ ਹੀ ਅਰਪਣ ਕਰ ਦੇਵਾਂ। ਸੋ ਇਹੀ ਤਾਤਪਰਜ ਹੈ ਬਾਣੀ ਦਾ। ਹੋਰ ਸ਼ਬਦਾਂ ਦੇ ਅੰਦਰ ਵੀ ਐਸਾ ਹੀ ਤਾਤਪਰਜ ਹੈ, ਜੋ ਮੈਨੂੰ ਪਰਮਾਤਮਾ ਦੇ ਨਾਲ ਮਿਲਾ ਦੇਵੇ, ਪਰਮਾਤਮਾ ਦਾ ਦਰਸ਼ਨ ਕਰਾ ਦੇਵੇ। ਗੁਰਮੁਖ ਜਿਨ੍ਹਾਂ ਨੇ ਆਪਣਾ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ, ਬ੍ਰਹਮ ਗਿਆਨ ਪ੍ਰਾਪਤ ਕੀਤਾ ਹੈ, ਸੋ ਗੁਰੂ ਘਰ ਦੇ ਅੰਦਰ ਉਹਨਾਂ ਦਾ ਐਸਾ ਮਾਣ ਸਤਿਕਾਰ ਹੁੰਦਾ ਆਇਆ ਹੈ। ਗੁਰੂ ਨਾਲ ਜੋੜਦੇ ਨੇ, ਪਰਮਾਤਮਾ ਨਾਲ ਜੋੜਦੇ ਨੇ। ਭਾਵੇਂ ਏਕ ਪਿਤਾ ਏਕ ਸਕੇ ਹਮ ਬਾਰਕ ਹਾਂ, ਪਰੰਤੂ ਜਿਨ੍ਹਾਂ ਨੇ ਪਰਮਾਤਮਾ ਨੂੰ ਖੁਸ਼ ਕਰ ਲਿਆ, ਜਿਹੜੇ ਹੁਣ ਨਵੇਂ ਸੱਜਣ ਆਉਂਦੇ ਹਨ, ਸੋ ਐਂ ਬੇਨਤੀਆਂ ਕਰੀਏ। ਇੱਕ ਪਿਤਾ ਇੱਕ ਸਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ, ਤੂੰ ਮੇਰਾ ਗੁਰ ਹਾਈ। ਅੱਗੇ ਪੜੋ। ਸੁਣ ਮੀਤਾ ਹਉ ਤੇਰੀ ਸ਼ਰਨਾਈ ਆਇਆ, ਪ੍ਰਭ ਮਿਲੋ ਦੇਹ ਉਪਦੇਸਾ। ਕਿ ਮੈਂ ਤੁਹਾਡੀ ਸ਼ਰਨ ਦੇ ਵਿੱਚ ਆ ਗਿਆ, ਮੈਂ ਤੁਹਾਡੀ ਸ਼ਰਨ ਦੇ ਵਿੱਚ ਆ ਗਿਆ। ਪਰ ਮਿਲੋ ਦੇਹ ਉਪਦੇਸਾ, ਮੈਨੂੰ ਇਹ ਜਿਹਾ ਉਪਦੇਸ਼ ਦਿਓ ਜਿਹਦੇ ਨਾਲ ਮੈਨੂੰ ਪ੍ਰਭੂ ਮਿਲ ਜਾਵੇ, ਮੈਨੂੰ ਪ੍ਰਭੂ ਦਾ ਦਰਸ਼ਨ ਹੋ ਜਾਵੇ। ਮਾਨ ਨਾ ਕੀਜੈ ਸ਼ਰਨ ਭਰੀਜੈ, ਕਰੈ ਸੋ ਭਲਾ ਮਨਾਈਐ। ਇੱਥੇ ਤੱਕ ਤਾਂ ਹੁਣ ਜਗਿਆਸੂ ਬੇਨਤੀ ਕਰਦਾ ਹੈ, ਇੱਥੇ ਤੱਕ ਤਾਂ ਮਹਾਦੇਵ ਜੀ ਨੇ ਬੇਨਤੀ ਕੀਤੀ ਹੈ। ਹੁਣ ਅੱਗੇ ਸਤਿਗੁਰੂ ਜੀ ਉਸ ਦਾ ਜਵਾਬ ਦਿੰਦੇ ਹਨ। ਹੁਣ ਅੱਗੇ ਜਿਹੜੇ ਹਨ ਗੁਰਮੁਖ ਹਨ, ਸਾਧੂ ਲੋਕ ਹਨ, ਗੁਰਮੁਖ ਲੋਕ ਹਨ, ਅੱਗੇ ਫਿਰ ਰਸਤਾ ਦੱਸਦੇ ਨੇ। ਜਿਵੇਂ ਬਾਣੀ ਦੇ ਅੰਦਰ ਵੀ ਅਸੀਂ ਪਰਮਾਤਮਾ ਦਾ ਦਰਸ਼ਨ ਕਿਵੇਂ ਪ੍ਰਾਪਤ ਕਰੀਏ। ਕਵਣ ਸੋ ਅਕਰ ਕਵਣ ਗੁਣ, ਕਵਣ ਸੋ ਮਣੀਆਂ ਮੰਤ, ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੈ ਕੰਤ। ਕਿਹੋ ਜਿਹੇ ਵਚਨ ਕਰੀਏ, ਕਿਹੋ ਜਿਹਾ ਬੇਸ ਧਾਰੀਏ। ਇੱਕ ਸੁਹਾਗਣ ਇਸਤਰੀ ਹੁੰਦੀ ਹੈ, ਇੱਕ ਨੂੰ ਅਜੇ ਸੁਹਾਗਣ ਹੈ, ਉਹ ਪ੍ਰਾਪਤੀ ਨਹੀਂ ਹੋਈ ਹੈ, ਪਰਮੇਸ਼ਰ ਪਤੀ ਹੈ। ਕਿ ਕਿਹੜਾ ਵੇਸ ਕਰੀਏ, ਕਿਹੋ ਜਿਹੇ ਬੋਲੀਏ, ਫਿਰ ਕਿਵੇਂ ਉਹ ਪ੍ਰਾਪਤ ਹੋਵੇ। ਫਿਰ ਅੱਗੇ ਜਵਾਬ ਵੀ ਦਿੱਤਾ, ਨਿਵਣ ਸੋ ਅੱਖਰ ਖਵਣ ਗੁਣ, ਜਿਹਵਾ ਮਣੀਆਂ ਮੰਤ। ਕਿ ਤਾਂ ਨਿਭ ਕੇ ਚੱਲਣਾ। ਨਿਵਣ ਸੋ ਅੱਖਰ ਖਵਣ ਗੁਣ, ਖਵਣ ਹੁੰਦਾ ਵੀ ਮਤਲਬ ਜਰਨ ਸ਼ਕਤੀ, ਸਹਿਨਸ਼ੀਲਤਾ ਵੀ ਹੋਣੀ ਚਾਹੀਦੀ ਹੈ। ਸੁਹਾਗਣ ਹੈ ਜਿਹੜੀ, ਉਹ ਦੁਹਾਗਣ ਨੂੰ ਸਮਝਾ ਰਹੀ ਹੈ, ਦੂਸਰੇ ਨੂੰ ਸਮਝਾ ਰਹੀ ਹੈ ਵੀ ਜੇ ਤੂੰ ਉਸ ਪਤੀ ਪਰਮਾਤਮਾ ਨੂੰ ਖੁਸ਼ ਕਰਨਾ ਚਾਹੁੰਦੀ ਹੈ ਤਾਂ ਫਿਰ ਤੈਨੂੰ ਨਿਭ ਕੇ ਚੱਲਣਾ ਸਿੱਖ। ਨਿਮਰਤਾ ਧਾਰਨ ਕਰ, ਹਉਮੈ ਛੱਡ ਦੇ, ਹੰਕਾਰ ਛੱਡ ਦੇ, ਅਤੇ ਜਿਹੜਾ ਹੈ ਖਵਣ ਗੁਣ, ਕੋਈ ਜਰਨ ਸ਼ਕਤੀ ਵੀ ਅੰਦਰ ਧਾਰਨ ਕਰ ਲੈ ਮਾੜੀ ਮੋਟੀ, ਅਤੇ ਹੰਕਾਰ ਨਾ ਕਰ। ਨਿਵਣ ਸੋ ਅੱਖਰ ਖਵਣ ਗੁਣ, ਜਿਹਵਾ ਮਣੀਆਂ ਮੰਤ।
ਆਪਣੀ ਜ਼ੁਬਾਨ ਨੂੰ ਮਣੀਆਂ ਮੰਤ ਬਣਾ ਲਾ, ਮਿੱਠੇ ਮਿੱਠੇ ਬੋਲ, ਪਿਆਰਾ ਪਿਆਰਾ ਬੋਲ। ਨਿਵਨ ਸਿਉਖਰ ਖਵਨ ਗੁਣ ਜਿਹਵਾ ਮਣੀਆਂ ਮੰਤ, ਇਹ ਤ੍ਰੈ ਪੈਣੇ ਵੇਸ ਕਰ, ਤਾਂ ਬਸ ਆਵੀ ਕੰਤ। ਇਹ ਤਿੰਨ ਗੁਣ ਧਾਰਨ ਕਰ ਲੈ। ਦੁਨਿਆਵੀ ਪਤੀ ਦੀ ਕਿਹੜੀ ਗੱਲ ਹੈ, ਤਾਂ ਪਤੀ ਪਰਮਾਤਮਾ ਪਰਮੇਸ਼ਰ ਹੀ ਤੂੰ ਪ੍ਰਾਪਤ ਕਰ ਸਕਦੀ ਹੈ। ਬੋਲੋ ਸਤਿਨਾਮ। ਇਹ ਤੇਰਾ ਭੈਣੇ ਵੇਸ ਕਰ, ਤਾਂ ਬਸ ਆਵੀ ਕੰਤ। ਤਾਂ ਜਿਹੜਾ ਕੰਤ ਹੈ, ਪਤੀ ਹੈ, ਉਹ ਵਸ ਵਿੱਚ ਆ ਜਾਵੇਗਾ ਜੇ ਤਿੰਨ ਗੁਣ ਧਾਰਨ ਕਰ ਲਵੇਂ। ਅੱਜ ਕੱਲ੍ਹ ਹਾਲਾਤ ਕੀ ਹੈ ਆਪਾਂ ਨੂੰ ਪਤਾ ਹੀ ਹੈ, ਦੁਨੀਆ ਦੇ ਵਿੱਚ ਕਿਆ ਕੁਛ ਚੱਲ ਰਿਹਾ ਹੈ ਭਾਈ। ਸੋ ਪਤੀ ਪਤਨੀਆਂ ਦੇ ਵਿੱਚ ਕਿਆ ਕੁਛ ਚੱਲ ਰਿਹਾ ਹੈ, ਕਿਹੋ ਜਿਹੀ ਹਾਲਤ ਹੈ ਭਾਈ। ਸੋ ਇਸ ਕਰਕੇ ਹੁਣ ਅੱਗੋਂ ਸਤਿਗੁਰ ਸੱਚੇ ਪਾਤਸ਼ਾਹ ਜਵਾਬ ਦਿੰਦੇ ਹਨ, ਗੁਰਮੁਖ ਜਵਾਬ ਦਿੰਦੇ ਹਨ। ਮਾਣ ਨਾ ਕੀਜੈ ਸ਼ਰਨ ਪਰੀਜੈ, ਕਰੈ ਸੋ ਭਲਾ ਮਨਾਈਐ। ਜੇ ਤੁਸੀਂ ਪਰਮਾਤਮਾ ਦੀ ਪ੍ਰਾਪਤੀ ਕਰਨਾ ਚਾਹੁੰਦੇ ਹੋ, ਪਰਮੇਸ਼ਰ ਦਾ ਪਰ ਮਿਲੋ ਦੇਹੋ ਉਪਦੇਸਾ, ਕਿ ਉਪਦੇਸ਼ ਦਿਓ ਕਿਵੇਂ ਪ੍ਰਭੂ ਮਿਲੇ। ਫਿਰ ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਭਰਾਤਾ ਮਹਾਦੇਵ ਜੀ ਨੂੰ ਉਪਦੇਸ਼ ਦੇ ਰਹੇ ਹਨ ਅਤੇ ਸਾਨੂੰ ਕਲਯੁਗੀ ਜੀਵਾਂ ਨੂੰ ਉਪਦੇਸ਼ ਦੇ ਰਹੇ ਹਨ। ਮਾਣ ਨਾ ਕੀਜੈ, ਇੱਕ ਤਾਂ ਕਿਸੇ ਚੀਜ਼ ਦਾ ਮਾਣ ਨਹੀਂ ਕਰਨਾ ਬਿਲਕੁਲ ਵੀ। ਮੈਂ ਆਹ ਕੀਤਾ, ਮੈਂ ਆ ਕਿਸੇ ਵੀ ਚੀਜ਼ ਦਾ, ਸਰੀਰ ਦਾ, ਤਨ ਦਾ, ਮਨ ਦਾ, ਪੈਸੇ ਦਾ, ਧਨ ਦੌਲਤ ਦਾ, ਜਾਇਦਾਦ ਦਾ, ਸੇਵਾ ਦਾ, ਸਿਮਰਨ ਦਾ, ਕੋਈ ਕਿਸੇ ਚੀਜ਼ ਦਾ ਮਾਣ ਨਹੀਂ ਕਰਨਾ ਹੈ। ਮਾਣ ਨਾ ਕੀਜੈ ਸ਼ਰਨ ਪਰੀਜੈ। ਦੂਸਰਾ, ਸ਼ਰਨ ਵਿੱਚ ਪੈ ਜਾਓ, ਬਸ ਆਗਿਆ ਦਾ ਪਾਲਣ ਕਰੋ। ਹਉਮੈ ਹੰਕਾਰ ਦਾ ਤਿਆਗ ਕਰ ਦਿਓ, ਸ਼ਰਨ ਅਖਤਿਆਰ ਕਰੋ, ਸ਼ਰਨ ਵਿੱਚ ਆਓ, ਪ੍ਰਭੂ ਦੀ ਸ਼ਰਨ ਅਖਤਿਆਰ ਕਰੋ। ਮਾਣ ਨਾ ਕੀਜੈ ਸ਼ਰਨ ਪਰੀਜੈ, ਕਰੈ ਸੋ ਭਲਾ ਮਨਾਈਐ। ਜੋ ਕੁਛ ਉਹ ਕਰਦਾ ਹੈ ਉਹਨੂੰ ਚੰਗਾ ਸਮਝੋ, ਭਲਾ ਸਮਝੋ। ਇਹ ਨਹੀਂ ਵੀ ਸਲਾਮ ਜਵਾਬ ਦੋਵਾਂ ਕਰੇ, ਨਾਲੇ ਆਪਣਾ ਮੱਥੇ ਵੀ ਟੇਕਣੇ, ਨਾਲੇ ਸਵਾਲ ਜਵਾਬ ਕਰਨੇ, ਨਾਲੇ ਲੜਾਈਆਂ ਝਗੜੇ ਕਰਨੇ, ਅਤੇ ਨਾਲੇ ਜਿਹੜਾ ਹੈ ਗੁਰੂ ਮੰਨਣਾ, ਪਰਮਾਤਮਾ ਮੰਨਣਾ, ਅਤੇ ਅਸੀਂ ਨਾਲੇ ਆਪਣਾ ਜਿਹੜਾ ਹੈ ਪਰਮਾਤਮਾ 'ਤੇ ਸ਼ੰਕੇ ਕਰੀਏ, ਗੁਰੂ ਦੀ ਬਾਣੀ 'ਤੇ ਵੀ ਸ਼ੰਕੇ ਕਰੀਏ। ਨਹੀਂ, ਕਰੈ ਸੋ ਭਲਾ ਮਨਾਈਐ। ਜੋ ਉਹ ਕੁਛ ਕਰਦਾ ਉਹਦੇ ਵਿੱਚ ਹੀ ਆਪਣਾ ਭਲਾ ਸਮਝੋ, ਉਹਦੇ ਸ਼ੁਕਰ ਕਰੋ, ਉਸ ਦੀ ਰਜ਼ਾ ਦੇ ਵਿੱਚ ਆਓ, ਉਸ ਦਾ ਸ਼ੁਕਰ ਕਰਨਾ ਸਿੱਖੋ। ਮਾਣ ਨਾ ਕੀਜੈ ਸ਼ਰਨ ਪਰੀਜੈ, ਕਰੈ ਸੋ ਭਲਾ ਮਨਾਈਐ। ਅਤੇ ਜੋ ਕੁਛ ਵੀ ਕਰਦਾ ਹੈ ਪਰਮਾਤਮਾ, ਜੋ ਗੁਰੂ ਕਰਦਾ ਹੈ, ਉਹਦੇ ਵਿੱਚ ਭਲਾ ਮਨਾਓ, ਉਸ ਦੇ ਭਾਣੇ ਨੂੰ ਮੰਨੋ, ਉਸ ਦੇ ਹੁਕਮ ਦੇ ਵਿੱਚ ਆਓ। ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ, ਇਉ ਦਰਸ਼ਨ ਹਰ ਜੀਉ ਪਾਈਐ। ਹੇ ਮੇਰੇ ਮਿੱਤਰ, ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ। ਇਹ ਜਿਹੜੇ ਆਪਣਾ ਜੀ ਆ, ਆਪਣਾ ਮਨ ਹੈ, ਇਹ ਅਰਪਣ ਕਰਦੇ ਪ੍ਰਭੂ ਨੂੰ। ਜੀਉ ਪਿੰਡ ਨਾਮ ਸਰੀਰ ਦਾ, ਜੀਉ ਪਿੰਡ ਤਨ ਵੀ ਸਰੀਰ ਦਾ। ਹੁਣ ਕਿਹੜੇ ਦੋ ਤਨ ਕਿਵੇਂ ਹੋ ਗਏ? ਇੱਕ ਸੂਖਮ ਸਰੀਰ ਹੈ, ਇਹ ਵੀ ਅਰਪਣ ਕਰਦੇ ਆਪਣਾ ਪਰਮਾਤਮਾ ਨੂੰ। ਇਹ ਸਥੂਲ ਸਰੀਰ ਹੈ, ਇਹ ਵੀ ਅਰਪਣ ਕਰਦੇ, ਜੀ ਵੀ ਅਰਪਣ ਕਰਦੇ, ਮਨ ਵੀ ਅਰਪਣ ਕਰਦੇ। ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ। ਇਹ ਤਨ ਅਰਪਣ ਕਰਦੇ ਗੁਰੂ ਨੂੰ ਆਪਣੇ ਨੂੰ। ਜਿਵੇਂ ਤਨ ਸੰਤਨ ਕਾ, ਧਨ ਸੰਤਨ ਕਾ, ਮਨ ਸੰਤਨ ਕਾ ਕੀਆ। ਐਵੇਂ ਨਹੀਂ ਵੀ ਕਿਤੇ ਹੋਵੇ ਵੀ ਉਹ ਗੁਣ ਵੀ ਹੋਵੇ, ਸੰਤ ਵੀ ਹੋਵੇ, ਗੁਰੂ ਵੀ ਹੋਵੇ, ਕਿਤੇ ਐਵੇਂ ਨਹੀਂ ਕਿਸੇ ਲੋਕਾਂ ਦੇ ਮਗਰ ਲੱਗ ਕੇ ਜਿਹੜਾ ਹੈਗਾ ਆਪਣਾ, ਕਿਸੇ ਦੇ ਵੀ ਮਗਰ ਲੱਗ ਕੇ ਜਿਹੜਾ ਹੈਗਾ ਆਪਣਾ ਸਮੇਂ ਦੀ ਬਰਬਾਦੀ ਕਰੇ ਜਾਂ ਪੈਸੇ ਦੀ ਬਰਬਾਦੀ ਕਰੇ। ਐਸਾ ਨਹੀਂ ਹੋਣਾ ਚਾਹੀਦਾ, ਵਿਵੇਕ ਬੁੱਧੀ ਵੀ ਹੋਣੀ ਚਾਹੀਦੀ ਹੈ। ਸੋ ਇਸ ਕਰਕੇ ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ। ਗੁਰੂ ਅੱਗੇ ਤੂੰ ਜਿਹੜਾ ਹੈਗਾ ਇਸ ਸਰੀਰ ਨੂੰ, ਤਨ ਨੂੰ, ਸੂਖਸ਼ਮ ਸਰੀਰ ਨੂੰ, ਜੀ ਆਤਮਾ ਨੂੰ, ਆਪਣੇ ਜੀ ਨੂੰ ਇਹ ਅਰਪਣ ਕਰਦੇ, ਮਨ ਨੂੰ ਇਹ ਅਰਪਣ ਕਰਦੇ। ਇਉਂ ਦਰਸ਼ਨ ਹਰ ਜੀਉ ਪਾਈ ਹੈ। ਇਸ ਤਰ੍ਹਾਂ ਹਰੀ ਦਾ ਦਰਸ਼ਨ ਹੋ ਸਕਦਾ ਹੈ, ਇਸ ਤਰ੍ਹਾਂ ਪਰਮਾਤਮਾ ਦਾ ਮਿਲਾਪ ਹੋ ਸਕਦਾ, ਪਰਮਾਤਮਾ ਦਾ ਦਰਸ਼ਨ ਇਸ ਤਰ੍ਹਾਂ ਹੋਵੇਗਾ। ਪਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮੀਠਾ। ਜਦੋਂ ਭਇਓ ਅਨੁਗ੍ਰਹ ਕਿਰਪਾ ਹੋ ਗਈ ਵਾਹਿਗੁਰੂ ਦੀ, ਵਾਹਿਗੁਰੂ ਖੁਸ਼ ਹੋ ਗਿਆ। ਕਿਵੇਂ? ਪ੍ਰਸਾਦ ਸੰਤਨ ਕੈ, ਸੰਤਾਂ ਦੀ ਕਿਰਪਾ ਦੇ ਨਾਲ। ਜਦੋਂ ਸੰਤ ਖੁਸ਼ ਹੋ ਗਏ, ਮਹਾਂਪੁਰਸ਼ ਖੁਸ਼ ਹੋ ਗਏ, ਸਾਧੂ ਬ੍ਰਹਮ ਗਿਆਨੀ ਗੁਰਮੁਖਾਂ ਦੀ ਖੁਸ਼ੀ ਲੈ ਲਵੋਗੇ, ਅਤੇ ਸੰਗਤਾਂ ਦੀ ਖੁਸ਼ੀ, ਗੁਰਮੁਖਾਂ ਦੀ ਜਿਹੜੀ ਖੁਸ਼ੀ ਲੈ ਲਵੋਗੇ। ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ, ਸੰਤਾਂ ਦੀ ਕਿਰਪਾ ਦੇ ਨਾਲ। ਹਰ ਨਾਮਾ ਹੈ ਮਿੱਠਾ। ਹਰੀ ਦਾ ਨਾਮ ਤੈਨੂੰ ਮਿੱਠਾ ਲੱਗਣ ਲੱਗ ਜਾਵੇਗਾ। ਹਰੀ ਦਾ ਨਾਮ ਜਦੋਂ ਤੈਨੂੰ ਮਿੱਠਾ ਲੱਗੇਗਾ, ਗੁਰੂ ਦੀ ਬਾਣੀ ਤੈਨੂੰ ਮਿੱਠੀ ਲੱਗੇਗੀ,
ਹਰੀ ਦਾ ਕੀਰਤਨ ਤੈਨੂੰ ਮਿੱਠਾ ਲੱਗੇਗਾ, ਹਰੀ ਦੀਆਂ ਗੱਲਾਂ ਤੈਨੂੰ ਮਿੱਠੀਆਂ ਲੱਗਣਗੀਆਂ, ਪ੍ਰਭੂ ਦੀਆਂ ਗੱਲਾਂ ਤੈਨੂੰ ਮਿੱਠੀਆਂ ਲੱਗਣਗੀਆਂ, ਪ੍ਰਭੂ ਦਾ ਨਾਮ ਤੈਨੂੰ ਮਿੱਠਾ ਲੱਗੇਗਾ। ਕਈਆਂ ਨੂੰ ਤਾਂ ਤਕਲੀਫ ਹੋਣ ਲੱਗ ਜਾਂਦੀ ਹੈ ਭਾਈ। ਸੋ ਪਰੰਤੂ ਪ੍ਰਭੂ ਦਾ ਨਾਮ ਮਿੱਠਾ ਲੱਗਣਾ, ਪ੍ਰਭੂ ਦੀ ਬਾਣੀ ਮਿੱਠੀ ਲੱਗਣੀ। ਸੋ ਹਰ ਨਾਮਾ ਹੈ ਮਿੱਠਾ, ਪ੍ਰਭੂ ਦਾ ਨਾਮ ਮਿੱਠਾ ਹੈ। ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕਾ, ਹਰ ਨਾਮਾ ਹੈ ਮਿੱਠਾ। ਸੰਤਾਂ ਦੀ ਕਿਰਪਾ ਹੋ ਗਈ, ਵਾਹਿਗੁਰੂ ਦੀ ਕਿਰਪਾ ਹੋ ਗਈ, ਅਤੇ ਉਹ ਕਿਰਪਾ ਦਾ ਸਦਕਾ ਜਿਹੜਾ ਹੈ, ਇਹੋ ਜਿਹੀ ਕਿਰਪਾ ਹੋ ਗਈ, ਪਰਮਾਤਮਾ ਦਾ ਨਾਮ ਮਿੱਠਾ ਲੱਗਣ ਲੱਗ ਪਿਆ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਡੀਠਾ। ਫਿਰ ਇਸ ਤਰ੍ਹਾਂ ਆਪਣੇ ਜਨਾਂ ਦੇ ਉੱਤੇ ਗੁਰੂ ਦੀ ਕਿਰਪਾ ਹੁੰਦੀ ਹੈ। ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਫਿਰ ਗੁਰੂ ਦੀ ਕਿਰਪਾ ਹੋ ਗਈ। ਫਿਰ ਸਭ ਅਕੁਲ ਨਿਰੰਜਨ ਡੀਠਾ, ਕੁੱਲ ਤੋਂ ਰਹਿਤ, ਉਹਦੀ ਕੋਈ ਕੁੱਲ ਨਹੀਂ ਹੈ ਪਰਮਾਤਮਾ ਦੀ, ਕਿਸੇ ਕੁੱਲ ਵਿੱਚ ਪੈਦਾ ਹੋਇਆ ਹੈ ਉਹ। ਅਕੁਲ ਨਿਰੰਜਨ ਹੈ, ਮਾਇਆ ਤੋਂ ਰਹਿਤ, ਮਲ ਤੋਂ ਰਹਿਤ। ਅਤੇ ਫਿਰ ਅਕੁਲ ਨਿਰੰਜਨ ਡੀਠਾ, ਜਿਹੜਾ ਉਹ ਕੁੱਲ ਪਰਮਾਤਮਾ ਹੈ, ਮਾਇਆ ਤੋਂ ਰਹਿਤ ਪਰਮੇਸ਼ਰ ਪਰਮਾਤਮਾ ਹੈ। ਫਿਰ ਉਹ ਜਿਹੜਾ ਦਰਸ਼ਨ ਹੁੰਦਾ, ਪ੍ਰਾਪਤ ਹੁੰਦਾ। ਸੋ ਇਸ ਤਰ੍ਹਾਂ ਇਸ ਸ਼ਬਦ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਗੁਰੂ ਅਰਜਨ ਦੇਵ ਮਹਾਰਾਜ ਨੇ, ਕਿ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਪਰਮਾਤਮਾ ਦਾ ਦਰਸ਼ਨ ਕਿਵੇਂ ਹੋ ਸਕਦਾ ਹੈ, ਅਤੇ ਅਸੀਂ ਕਿਸ ਤਰ੍ਹਾਂ ਦਾ ਪਿਆਰ ਰੱਖਣਾ ਆਪਸ ਦੇ ਵਿੱਚ। ਸੰਗਤਾਂ ਨੇ, ਗੁਰਮੁਖਾਂ ਨੇ, ਗੁਰਸਿੱਖਾਂ ਨੇ ਵੀ ਆਪਸ ਵਿੱਚ ਕਿਸ ਤਰ੍ਹਾਂ ਦਾ ਪਿਆਰ ਰੱਖਣਾ ਹੈ, ਸੰਗਤਾਂ ਦੇ ਵਿੱਚ ਕਿਸ ਤਰ੍ਹਾਂ ਦਾ ਪਿਆਰ ਹੋਣਾ ਚਾਹੀਦਾ ਹੈ, ਪੰਥ ਕੌਮ ਦੇ ਵਿੱਚ ਕਿਸ ਤਰ੍ਹਾਂ ਦਾ ਪਿਆਰ ਹੋਣਾ ਚਾਹੀਦਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਇਸ ਸ਼ਬਦ ਦੇ ਅੰਦਰ, ਏਕ ਪਿਤਾ ਏਕ ਸਖੇਹਾ ਬਾਰਕ ਤੂੰ ਮੇਰਾ ਗੁਰ ਹਾਈ। ਸੋ ਫਿਰ ਅੰਤਲੀਆਂ ਪੰਗਤੀਆਂ ਦੇ ਅੰਦਰ, ਮਾਣ ਨਾ ਕੀਜੈ ਸ਼ਰਨ ਪ੍ਰੀਜੈ, ਕਰਾ ਸੋ ਭਲਾ ਬਣਾਇਆ ਸੁਨਮੀਤਾ, ਜੀਓ ਪਿੰਡ ਸਭ ਤਾਂ ਨਾਲ ਪੀਜੈ, ਦਰਸ਼ਨ ਹਰ ਜੀਉ ਪਾਈ। ਇਸ ਤਰ੍ਹਾਂ ਪਰਮਾਤਮਾ ਦਾ ਦਰਸ਼ਨ ਹੁੰਦਾ ਹੈ। ਫਿਰ ਨਾਮ ਜਪਣ ਵਾਲਿਆਂ ਦੀ ਸੰਗਤ, ਸੰਤਾਂ ਦੀ ਕਿਰਪਾ ਦੇ ਨਾਲ ਫਿਰ ਜਿਹੜਾ ਪਰਮਾਤਮਾ ਦਾ ਨਾਮ ਮਿੱਠਾ ਲੱਗਦਾ ਹੈ, ਅਤੇ ਫਿਰ ਵਾਹਿਗੁਰੂ ਪਰਮਾਤਮਾ ਦਾ ਦਰਸ਼ਨ ਹੋ ਜਾਂਦਾ ਹੈ। ਸੋ ਅੱਜ ਦੇ ਸ਼ਬਦ ਦੇ ਇਸ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਐਸਾ ਜਿਹੜਾ ਅੰਮ੍ਰਿਤਮਈ ਉਪਦੇਸ਼ ਸਾਨੂੰ ਪਰਮ ਸ਼ਾਂਤੀ ਦੇਣ ਵਾਲਾ ਜਿਹੜਾ ਹੈ ਉਹ ਬਖਸ਼ਿਸ਼ ਕੀਤਾ ਹੈ। ਆਓ ਅਸੀਂ ਇਸ ਉਪਦੇਸ਼ ਨੂੰ ਧਾਰਨ ਕਰੀਏ ਆਪਣੇ ਜੀਵਨ ਦੇ ਵਿੱਚ। ਮਨੁੱਖਾ ਜਨਮ ਮਿਲਿਆ ਹੈ, ਨਿਮਰਤਾ ਧਾਰਨ ਕਰੀਏ, ਨਿਮਾਣੇ ਹੋਈਏ, ਸਾਰੇ ਤਰ੍ਹਾਂ ਦੇ ਮਾਣ ਨੂੰ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਪਈਏ, ਸਭ ਕੁਛ ਗੁਰੂ ਦਾ ਸਮਝੀਏ, ਪਰਮਾਤਮਾ ਦਾ ਸਮਝੀਏ, ਅਤੇ ਪਰਮਾਤਮਾ ਦਾ ਨਾਮ ਜਪੀਏ, ਬੇਨਤੀਆਂ ਕਰੀਏ। ਫਿਰ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ ਦਾ ਜਿਹੜਾ ਉਦੇਸ਼ ਆ ਉਹ ਪੂਰਨ ਹੋ ਜਾਂਦਾ ਹੈ। ਪਰਮਾਤਮਾ ਨੂੰ ਮਿਲਣ ਦਾ, ਪਰਮਾਤਮਾ ਦੇ ਵਿੱਚ ਮਿਲ ਜਾਂਦਾ ਹੈ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਬ੍ਰਹਮ ਗਿਆਨ ਹੋ ਜਾਂਦਾ, ਤਰ ਜਾਂਦਾ ਹੈ ਜੀਵ। ਸੋ ਇਹੀ ਸਾਡੇ ਜੀਵਨ ਦਾ ਉਦੇਸ਼ ਹੈ। ਇਸ ਕਰਕੇ ਸਾਰੇ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਜਿਹੜਾ ਹੈ ਅੰਮ੍ਰਿਤਮਈ ਵਿਚਾਰ ਗੁਰਬਾਣੀ ਦੀ ਸਰਵਣ ਕੀਤੀ ਹੈ। ਅੱਖਰ ਵਾਧੇ ਘਾਟੇ ਭੁੱਲਾਂ ਚੁੱਕਾਂ ਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਮੁਆਫੀ ਬਖਸ਼ਿਸ਼ ਕਰਨ, ਸਭ ਸੰਗਤਾਂ ਦੇ ਉੱਤੇ ਦਇਆ ਦ੍ਰਿਸ਼ਟੀ ਕਰਨ, ਸਾਡੇ ਸਾਰਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨਾਮ ਦੀਆਂ ਦਾਤਾਂ, ਸੇਵਾ ਸਿਮਰਨ ਦੀਆਂ ਦਾਤਾਂ, ਅੰਮ੍ਰਿਤ ਵੇਲੇ ਦੀਆਂ ਦਾਤਾਂ ਪ੍ਰਦਾਨ ਕਰਨ। ਜੀਵਨ ਵਿੱਚ ਸਫਲਤਾ, ਅੰਗ ਸੰਗ ਸਹਾਈ, ਬਿਰਧ ਬਾਣੀ ਦੀ ਲਾਜ ਰੱਖਣ, ਪੱਤ ਰੱਖਣ ਸਤਿਗੁਰੂ ਸੱਚੇ ਪਾਤਸ਼ਾਹ ਜੀਓ। ਸੋ ਇਸ ਕਰਕੇ ਹੁਣ ਇੱਥੇ ਜਿਹੜੀ ਹੈ ਵਿਚਾਰ ਦੀ ਸਮਾਪਤੀ ਹੈ। ਆਓ ਫਿਰ ਜਿਹੜਾ ਹੈ ਅਰਦਾਸ ਵਿੱਚ ਜੁੜੀਏ। ਭਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ, ਹਰ ਨਾਮਾ ਹੈ ਮੀਠਾ, ਜਨ ਨਾਨਕ ਨਕ ਕੋ ਗੁਰ ਕਿਰਪਾ ਤਾਰੀ, ਸਭ ਅਕੁਲ ਨਰੰਜਨ ਡੀਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁਤ ਹੈ ਪਾਰ ਬ੍ਰਹਮ, ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਕਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੇ ਸਦਾ ਬਵੇਕ।
हे अपरंपर हर हरे, हैपी होवन हार। हे संता कै सदा संग, निथराया धार। हे ठाकर हो दासरो, मैं निर्गुण गुण नहीं कोय। नानक दीजै नाम दान, राखो हिय परोए। आए प्रभ शरणागति, कृपा निध दयाल। एक अखर हर मन बसत, नानक होत निहाल। वाहिगुरु नाम जहाज है, चढ़े सो उतरे पार। जो शरदा कर गुरु पार उतारन, जो शरदा कर सेवंदे, गुरु पार उतारन हार। वाहिगुरु जी का खालसा, वाहिगुरु जी की फतेह।